ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕੌਣ ਸੁਨੈ ਉਪਮਾ ਗੁਰ ਕੀ, ਗੁਰਮੂਰਤਿ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਦਨ ਅਨਕ ਵਾਰ, ਸਰਵ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੂਕ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ। ਆਂਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੰਗ ਨਾ ਚੱਲਸ ਤੇਰੇ ਧਨਾ, ਤੂੰ ਕਿਆ ਲਪਟਾਵਹਿ ਮੂਰਖ ਮਨਾ। ਸੰਗ ਨਾ ਚਾਲਸ ਤੇਰੇ ਧਨਾ, ਤੂੰ ਕਿਆ ਲਪਟਾਵਹਿ ਮੂਰਖ ਮਨਾ। ਸੋ ਤਮੀਤ ਕੁਟੰਬ ਅਰ ਬੰਤਾ, ਇਨ ਤੇ ਕਹੋ ਤੁਮ ਕਮਨ ਸਨਾਥਾ। ਰਾਜ ਰੰਗ ਮਾਇਆ ਬਿਸਥਾਰ, ਇਨ ਤੇ ਕਹੋ ਕਮਨ ਛੁਟਕਾਰ। ਆਸ ਹਸਤੀ ਰਥ ਅਸਵਾਰੀ, ਝੂਠਾ ਡੰਫ ਝੂਠ ਪਾਸਾਰੀ। ਜਿਨ ਦੀਏ ਤਿਸ ਬੁਝੈ ਨਾ ਬਗਾਨਾ, ਨਾਮ ਬਸਾਰ ਨਾਨਕ ਪਛਤਾਨਾ। ਜਿਨ ਦੀਏ ਤਿਸ ਬੁਝੈ ਨਾ ਬਗਾਨਾ, ਨਾਮ ਬਸਾਰ ਨਾਨਕ ਪਛਤਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਬਖਸ਼ਿਸ਼ ਦਾ ਸਦਕਾ ਆਪ ਸਾਰੀਆਂ ਸੰਗਤਾਂ ਬੜੇ ਪਿਆਰ ਅਦਬ ਔਰ ਸਤਿਕਾਰ ਦੇ ਸਹਿਤ ਗੁਰੂ ਮਹਾਰਾਜ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਚੱਲ ਰਹੀ ਸਥਾਨ ਦੀ ਮਰਜ਼ਾਦਾ ਦੇ ਅਨੁਸਾਰ ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਵਾਰ ਦਾ ਸੰਪੂਰਨ ਕੀਰਤਨ ਹਰਜਸ ਅਤੇ ਜੋ ਲੜੀਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚੋਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਆਰੰਭ ਹੈ। ਆਪ ਬੜੇ ਪਿਆਰ ਦੇ ਨਾਲ ਅੰਮ੍ਰਿਤ ਵੇਲੇ ਹਰ ਰੋਜ਼ ਗੁਰੂ ਮਹਾਰਾਜ ਦੀ ਪਾਵਨ ਗੁਰਬਾਣੀ ਦੀ ਕਥਾ ਸਰਵਣ ਕਰਕੇ ਸਮੇਂ ਨੂੰ ਸਫਲ ਬਣਾ ਰਹੇ ਹੋ।
ਇਸੇ ਤਰ੍ਹਾਂ ਪਿਛਲੇ ਪੈਰ ਗੁਰ ਇਤਿਹਾਸ ਦੀ ਜੋ ਕਥਾ ਹੈ ਆਪ ਸਰਵਣ ਕਰਦੇ ਹੋ। ਸ੍ਰੀ ਨਾਨਕ ਪ੍ਰਕਾਸ਼ ਹੈ ਔਰ ਸੂਰਜ ਪ੍ਰਕਾਸ਼ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇਹ ਜਨਮ ਸਾਖੀ ਦਾ ਔਰ ਜੋ ਭਾਈ ਰਾਮ ਕਵਰ ਸਾਹਿਬ ਬਾਬਾ ਗੁਰਬਖਸ਼ ਸਿੰਘ ਜੀ ਨੇ ਇਹ ਵਾਰਤਕ ਰੂਪ 'ਚ ਮਹਾਰਾਜ ਦੀ ਕਥਾ ਸਰਵਣ ਕਰਵਾਈ। ਉਹਨੂੰ ਛੰਦਾਬੰਦੀ ਦੇ ਵਿੱਚ ਕਾਵ ਰਚਨਾ ਪਿੰਗਲ ਦੇ ਨਿਯਮ ਔਰ ਸਾਰੇ ਵਿਦਵਤਾ ਦੇ ਪੱਖਾਂ ਦੁਆਰਾ ਇਹ ਪਵਿੱਤਰ ਗ੍ਰੰਥ ਦੀ ਰਚਨਾ ਕੀਤੀ ਹੈ। ਐਸਾ ਵਿਦਵਾਨ ਕਿ ਜਿਸ ਨੇ ਇਹ ਇਤਨਾ ਵੱਡਾ ਇਤਿਹਾਸ ਤਕਰੀਬਨ 14 ਜਿਲਦਾਂ ਵਿੱਚ ਹੈ ਇਹਦੀ ਰਚਨਾ ਕੀਤੀ ਹੈ। ਔਰ ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਕੁਝ ਟਿੱਪਣ ਲਿਖੇ ਹੈ ਕਿਉਂਕਿ ਉਦੋਂ ਹੱਥ ਲਿਖਤ ਇਹ ਗ੍ਰੰਥ ਸੀ ਤੇ ਭਾਈ ਸਾਹਿਬ ਜੀ ਨੇ ਕੁਝ ਜਿਹੜੇ ਵਿਚਾਰ ਆ ਉਹ ਅਰਥ ਵੀ ਤੇ ਕੁਝ ਜਿਹੜੇ ਅਖੇਪਕਾਰਾਂ ਨੇ ਕੋਈ ਐਸੀ ਗੱਲ ਕੀਤੀ ਹੈ ਉਹਨਾਂ ਦੇ ਸਮਾਧਾਨ ਵੀ ਕੀਤੇ ਹਨ। ਸੋ ਅੰਮ੍ਰਿਤ ਵੇਲੇ ਇਹ ਅੰਮ੍ਰਿਤ ਰੂਪ ਪਾਵਨ ਗੁਰਬਾਣੀ ਦੀ ਕਥਾ ਆਪ ਸਰਵਣ ਕਰਦੇ ਆ ਰਹੇ ਹੋ। ਕੱਲ੍ਹ ਵੀ ਅਮਾਵਸ 'ਤੇ ਸਤਸੰਗਤ ਦੀ ਮਹਿਮਾ ਬਾਰੇ ਕੁਝ ਵਿਚਾਰ ਦਿੱਤੇ ਗਏ ਸਨ ਕਿ ਗੁਰੂ ਮਹਾਰਾਜ ਨੇ ਸਤਸੰਗਤ ਨੂੰ ਬੜੀ ਮਹਾਨਤਾ ਬਖਸ਼ਿਸ਼ ਕੀਤੀ ਹੈ। ਸੰਗਤ ਦੇ ਵਿੱਚ ਬਾਣੀ ਦਾ ਨਿਤਨੇਮ ਰੂਪੀ ਜਾਂ ਸਮੂਹ ਰੂਪ 'ਚ ਪਾਠ, ਅੰਮ੍ਰਿਤ ਬਾਣੀ ਦਾ ਕੀਰਤਨ ਔਰ ਇਸੇ ਤਰ੍ਹਾਂ ਇਸ ਪਵਿੱਤਰ ਬਾਣੀ ਦੀ ਵਿਆਖਿਆ ਇਤਿਹਾਸ ਦੀ ਜਾਣਕਾਰੀ ਵਾਸਤੇ ਗੁਰੂ ਮਹਾਰਾਜ ਦੇ ਪਾਵਨ ਇਤਿਹਾਸ ਦੀ ਕਥਾ ਤੇ ਨਾਲ ਨਾਲ ਸਾਰੀਆਂ ਸੇਵਾਵਾਂ ਜਿਹੜੀਆਂ ਉਹ ਵੀ ਗੁਰੂ ਘਰ ਦੇ ਅੰਦਰ ਚਲਾ ਰਹੀਆਂ ਹਨ। ਸੋ ਇਹ ਅੰਮ੍ਰਿਤ ਰੂਪ ਬਾਣੀ ਦੀ ਕਥਾ ਸਰਵਣ ਕਰਕੇ ਸਾਨੂੰ ਗੁਰੂ ਮਹਾਰਾਜ ਦਾ ਜੋ ਉਪਦੇਸ਼ ਆਸ਼ਾ ਉਹਦੇ ਬਾਰੇ ਜਾਣਕਾਰੀ ਮਿਲਦੀ ਹੈ। ਇਹ ਪਾਵਨ ਬਾਣੀ ਨਿਤਨੇਮ ਵਿੱਚ ਵੀ ਗੁਰਸਿੱਖ ਸੰਗਤਾਂ ਪੜ੍ਹ ਕੇ ਲਾਹੇ ਲੈ ਰਹੀਆਂ ਹਨ। ਆਓ ਪਿਆਰ ਦੇ ਨਾਲ ਪਵਿੱਤਰ ਬਾਣੀ ਦੇ ਵਿਚਾਰ ਸਰਵਣ ਕਰੀਏ। ਗੁਰੂ ਮਹਾਰਾਜ ਆਪਣੀ ਪਾਵਨ ਰਸਨਾ ਤੋਂ ਜਿਸ ਪ੍ਰਕਾਰ ਇਹ ਸਦੀਆਂ ਪਹਿਲਾਂ ਬਖਸ਼ਿਆ ਹੋਇਆ ਉਪਦੇਸ਼ ਅੱਜ ਵੀ ਉਸੇ ਤਰ੍ਹਾਂ ਬੜਾ ਨਵੀਨ ਔਰ ਤਰੋ ਤਾਜ਼ਾ ਹੈ। ਇਸ ਅੰਮ੍ਰਿਤ ਰੂਪ ਬਾਣੀ ਦੇ ਵਿਚਾਰ ਸਰਵਣ ਕਰਕੇ ਲਾਹਾ ਲਈਏ। ਗੁਰੂ ਮਹਾਰਾਜ ਜੀ ਕਿਰਪਾਲਤਾ ਕਰਦੇ ਹਨ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੰਗ ਨਾ ਚਾਲਸ ਤੇਰੇ ਧਨਾ। ਇਸ ਪੌੜੀ ਦੇ ਵਿੱਚ ਉਪਦੇਸ਼ ਬਖਸ਼ ਰਹੇ ਆ ਕਿਉਂਕਿ ਜਿਹੜਾ ਧਨ ਹੈ
ਇਨਸਾਨ ਵਾਸਤੇ ਤਿੰਨ ਚੀਜ਼ਾਂ ਦੀ ਲੋੜ ਹੈ। ਖੁੱਲ੍ਹੇ ਜਿਹੜੇ ਸ਼ਬਦ ਆ, ਕੁੱਲੀ, ਗੁੱਲੀ ਅਤੇ ਜੁੱਲੀ। ਕੁੱਲੀ ਦਾ ਮਤਲਬ ਮਕਾਨ, ਜੁੱਲੀ ਦਾ ਮਤਲਬ ਜੁੱਲੜ ਵਸਤਰ, ਅਤੇ ਗੁੱਲੀ ਤੋਂ ਮਤਲਬ ਹੈ ਭੋਜਨ ਪਾਣੀ। ਤਿੰਨ ਲੋੜਾਂ, ਮਕਾਨ ਦੀ ਵੀ ਲੋੜ ਹੈ, ਭੋਜਨ ਦੀ ਵੀ ਲੋੜ ਹੈ, ਵਸਤਰ ਦੀ ਵੀ ਲੋੜ ਹੈ। ਜੇ ਤਾਂ ਲੋੜਾਂ ਦੇ ਮੁਤਾਬਕ ਚਲੀਏ ਫਿਰ ਤਾਂ ਠੀਕ ਹੈ, ਅਤੇ ਜੇ ਆਪਣੀ ਤ੍ਰਿਸ਼ਨਾ ਬਹੁਤ ਵਧਾ ਕੇ ਬਾਕੀ ਦੁਨੀਆ ਭਾਵੇਂ ਨਗਨੇ ਫਿਰਦੀ ਰਹੇ, ਉਹਨਾਂ ਨੂੰ ਵਸਤਰ ਹੀ ਨਾ ਮਿਲੇ, ਪਾਪ ਮਾਇਆ ਪਦਾਰਥ ਇੰਨੇ ਇਕੱਠੇ ਕਰ ਲੈ ਜਾਣ, ਦੋਹਾਂ ਨੂੰ ਰੋਟੀ ਪਾਣੀ ਨਸੀਬ ਹੀ ਨਾ ਹੋ ਸਕੇ, ਫਿਰ ਤਾਂ ਆਪਾਂ ਦੇਣਦਾਰ ਬਣਾਂਗੇ ਨਾ। ਕਿਉਂਕਿ ਸਾਰੀ ਸ੍ਰਿਸ਼ਟੀ ਇਹਦੀ ਰਚਨਾ ਪਰਮਾਤਮਾ ਨੇ ਕੀਤੀ ਹੈ। ਜਿੰਨੀ ਆਪਾਂ ਮਜ਼ਦੂਰੀ ਕਰਦੇ ਹਾਂ ਉਹਦੇ ਮੁਤਾਬਕ ਆਪਣਾ ਹੱਕ ਬਣਦਾ, ਉਹਦੇ ਵਿੱਚੋਂ ਵੀ ਮਹਾਰਾਜ ਦੇ ਹੁਕਮ ਮੁਤਾਬਕ 10ਵਾਂ ਹਿੱਸਾ ਧਰਮ ਕਾਰਜਾਂ ਵਿੱਚ ਵਰਤਣ ਦਾ ਉਪਦੇਸ਼ ਹੈ। ਅਤੇ ਜੇ ਫਿਰ ਇਨਸਾਨ ਜ਼ਾਲਮ ਲੁੱਟ ਖਸੁੱਟ ਕਰਕੇ ਸਾਰਾ ਕੁਝ ਆਪ ਹੜੱਪ ਲੈ, ਗਰੀਬ ਲੋਕ ਭੁੱਖੇ ਨੰਗੇ ਤੜਫਦੇ ਰਹਿਣ, ਫਿਰ ਤਾਂ ਉਹਨਾਂ ਦੀਆਂ ਬਦਦੁਆਵਾਂ ਜਿਹੜੀਆਂ ਸਾਨੂੰ ਸ਼ਾਂਤ ਨਹੀਂ ਹੋਣ ਦੇਣਗੀਆਂ। ਪਰਮਾਤਮਾ ਦੀ ਦਰਗਾਹ 'ਚ ਵੀ ਝੂਠੇ ਹੋਵਾਂਗੇ। ਚਾਹੀਦਾ ਤੇ ਸੀ ਤੂੰ ਨਿਮਾਣਿਆਂ ਨਤਾਣਿਆਂ ਗਰੀਬਾਂ ਦੀ ਮਦਦ ਕਰਦਾ, ਤੂੰ ਉਹਨਾਂ ਦਾ ਵੀ ਹੱਕ ਜਿਹੜਾ ਕੋਈ ਸੱਤਾ ਮਿਲੀ ਹੈ ਉਹਦੇ ਵੱਲ ਨਾਲ ਖੋਹ ਖਿੱਚ ਰਿਹਾ, ਜ਼ਾਲਮ ਬਣ ਰਿਹਾ। ਜਿਹੜੇ ਧਨ ਵਾਸਤੇ ਤੂੰ ਇਸ ਤਰ੍ਹਾਂ ਦੇ ਝੂਠ ਫਰੇਬ ਅਡੰਬਰ ਕਰ ਰਿਹਾ, ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤਦਾਰਾ ਪੈ ਆਨ ਲਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰਾ ਜੀ ਪੈ ਲੀਜੈ, ਛਿਨ ਛਿਨ ਛੀਜੈ ਤਨ ਜਰਾ ਜਨਾਵੈ, ਤਬ ਤੇਰੀ ਓਖ ਕੋਈ ਪਾਣੀਓ ਨਾ ਪਾਵੈ। ਇਹ ਜਿਹੜੀ ਮੌਤ ਹੈ, ਕਾਲ ਹੈ, 24,000 ਸਵਾਸ ਰੋਜ਼ ਘਟ ਰਿਹਾ। ਕਾਛੇ ਕਰਵੇ ਰਹਿ ਨ ਪਾਣੀ, ਹੰਸ ਹੇਤ ਕਾਇਆ ਕੁਮਲਾਨੀ। ਇਵੇਂ ਕੱਚੇ ਘੜੇ ਵਿੱਚ ਪਾਣੀ ਸਿਮਦਾ ਸਿਮਦਾ ਸਿਮ ਜਾਂਦਾ ਅਤੇ ਘੜਾ ਵੀ ਗਲ ਕੇ ਨਾਲ ਹੀ ਬਹਿ ਜਾਂਦਾ, ਖਤਮ ਹੋ ਜਾਂਦਾ। ਇਸ ਤਰ੍ਹਾਂ ਇਹ ਸਰੀਰ ਦੇ ਵਿੱਚੋਂ 24,000 ਸਵਾਸ ਰੋਜ਼ ਘਟ ਰਹੇ ਹੈ। ਇੱਕ ਦਿਨ ਮੌਤ ਦਾ ਦਿਨ ਆ ਜਾਂਦਾ ਹੈ। ਲੇਕਿਨ ਇਹ ਦਿਨ ਨੂੰ ਭੁਲਾ ਕੇ ਪਰਮੇਸ਼ਰ ਨੂੰ ਵੀ ਭੁਲਾ ਦਿੱਤਾ, ਅਕਾਲ ਨੂੰ ਵੀ ਭੁਲਾਤਾ ਅਤੇ ਕਾਲ ਨੂੰ ਵੀ ਭੁਲਾਤਾ। ਫਿਰ ਇਹ ਜੋਰਾ ਜਰਵੀ ਖੋਆ ਖਿੱਚੀ ਵਿੱਚ ਪੈ ਗਿਆ। ਬੜੇ ਪ੍ਰਪੰਚ ਛਲ ਵਲ ਕਰਕੇ, ਵੱਡੀਆਂ ਨਾਲ ਹੇਰਾ ਫੇਰੀਆਂ ਨਾਲ, ਦਲਾਲਬਾਜ਼ੀਆਂ ਕਰ ਕਰ ਮਾਇਆ ਇਕੱਠੀ ਕਰ ਰਿਹਾ, ਚੋਰੀਆਂ ਜਾਰੀਆਂ ਬਦਮਾਸ਼ੀਆਂ ਨਾਲ
ਪਰ ਇਹ ਜਿਹੜੀ ਮਾਇਆ ਇਹ ਨਾਲ ਨਹੀਂ ਜਾਏਗੀ। ਕਦੋਂ ਤੱਕ ਤੂੰ ਇਹਦੇ ਭਰੋਸੇ ਰਹੇਗਾ। ਜਿਹੜੀ ਨਾਲ ਜਾਣ ਵਾਲੀ ਚੀਜ਼ ਸੀ, ਸੇਵਾ ਦਾ ਫਲ ਨਾਲ ਜਾਣਾ ਸੀ, ਸਿਮਰਨ ਦਾ ਫਲ ਨਾਲ ਜਾਣਾ ਸੀ, ਸਤਸੰਗਤ ਦਾ ਫਲ ਦੀ ਬਰਕਤ ਨਾਲ ਮਿਲਣੀ ਸੀ, ਉਸ ਪਾਸੇ ਤਾਂ ਤੁਰਿਆ ਨਹੀਂ। ਮਾਇਆ ਪਦਾਰਥਾਂ ਵਾਸਤੇ ਧਿੰਗੋਂ ਜੋਰੀ ਹੇਰਾ ਫੇਰੀ। ਕਾਰੂ ਪਾਤਸ਼ਾਹ ਜਿਵੇਂ 40 ਗੰਜ ਜੋੜੇ ਨਾ ਰੱਖਿਓ ਈਮਾਨ। 40 ਗੰਜ 40 ਢੇਰ ਜੋ ਇਕੱਠੇ ਕਰ ਲੈ, ਈਮਾਨ ਨਹੀਂ ਰੱਖਿਆ, ਬੇਈਮਾਨਾ ਬਣ ਗਿਆ। ਇਸ ਵਾਸਤੇ ਹਜ਼ੂਰ ਸੁਚੇਤ ਕਰਦੇ ਆ, ਸੰਗ ਨਾ ਚਾਲਸ ਤੇਰਾ ਧਨਾ। ਜਿਹੜੇ ਧਨ ਵਾਸਤੇ ਅੰਨ ਖਾਏ ਰਾਤੜਿਆ, ਪਾਪ ਦੇਹਲੀ ਰਾਮ ਪਾਪ ਕਮਾਮਦਿਆ, ਤੇਰਾ ਕੋਈ ਨਾ ਬੇਲੀ ਰਾਮ। ਇਹ ਧਨ ਵਾਸਤੇ ਕਰਦਾ, ਇਹ ਧਨ ਤੇਰੇ ਨਾਲ ਨਹੀਂ ਜਾਵੇਗਾ। ਤੂੰ ਕਿਆ ਲਪਟਾਵੈ ਮੂਰਖ ਮਨਾ। ਇਹ ਮੂਰਖ ਮਨਾ, ਤੂੰ ਇਹਦੇ ਨਾਲ ਕਿਉਂ ਚਿੰਬੜ ਰਿਹਾ? ਧਨ ਪਾ ਕੇ ਵਿਖੇ ਲੰਪਟ ਹੋ ਰਿਹਾ, ਕਰੀਤੀਆਂ ਕੁਕਰਮ ਔਰ ਐਬ ਕਰ ਰਹੇ ਹਾਂ। ਕਿਉਂਕਿ ਪਾਪਾਂ ਵਜੋਂ ਹੋਵੇ ਨਹੀਂ, ਮੋਇਆ ਸਾਥ ਨਾ ਜਾਏ। ਇਹ ਪਾਪਾਂ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ, ਮਰਨ ਵੇਲੇ ਨਾਲ ਨਹੀਂ ਜਾਂਦੀ। ਉਹ ਗ੍ਰੰਥਕਾਰਾਂ ਨੇ ਇੱਕ ਸਾਖੀ ਦਿੱਤੀ ਹੈ। ਇੱਕ ਸੂਮ ਸੀ, ਉਹ ਬੇਔਲਾਦਾ ਮਰ ਗਿਆ। ਮਾਇਆ ਜਮ੍ਹਾਂ ਕੀਤੀ ਹੋਈ ਸੀ, ਤੇ ਜਿਹਦਾ ਕੋਈ ਵਾਰਸ ਨਾ ਹੋਵੇ ਫਿਰ ਰਾਜਾ ਵਾਰਸ। ਰਾਜੇ ਨੇ ਪੁੱਛਿਆ, ਇਹ ਮਾਇਆ ਸੂਮ ਦੀ ਹੈ ਕਿ ਉਦਾਰ ਦੀ ਹੈ? ਕਹਿੰਦੇ ਜੀ ਸੂਮ ਦੀ ਮਾਇਆ। ਕਹਿੰਦੇ ਫੇਰ ਨਹੀਂ ਮੈਂ ਗ੍ਰਹਿਣ ਕਰਦਾ। ਸੋ ਇਸ ਵਾਸਤੇ ਇਹਨੂੰ ਰੋੜ ਦਿਓ। ਜਦੋਂ ਹੁਣ ਇਹਦਾ ਵੇਲਾ ਮਰਨ ਦਾ ਆਇਆ, ਜਮਦੂਤ ਕਹਿੰਦਾ ਮਾਇਆ ਨਾਲ ਗੱਲ ਕਰ ਲੈਂਦੇ ਹੋ। ਮੈਂ ਸਾਰੀ ਉਮਰ ਕਿਸ ਤਰ੍ਹਾਂ ਇਹਨੂੰ ਇਕੱਠੀ ਕਰਦਾ ਰਿਹਾ। ਮਾਇਆ ਆਵਾਜ਼ ਦਿੱਤੀ, ਤੂੰ ਪਾਪੀ ਆ, ਇਕੱਠੀ ਕਰੀ ਗਿਆ। ਕੋਈ ਪੁੰਨ ਦਾਨ ਕਰਕੇ ਮੈਨੂੰ ਸਫਲ ਨਹੀਂ ਕੀਤਾ। ਗੱਜ ਕੇ ਬੋਲੋ ਸਤਨਾਮ। ਇਸ ਵਾਸਤੇ ਸੰਚਿਤ ਸੰਚਿਤ ਥੈਲੀ ਕੀਨੀ, ਪ੍ਰਭ ਉਨ ਤੇ ਡਾਰ ਅਵਰ ਕੋ ਦੀਨੀ। ਜੋ ਮਦ ਮਾਖੀ ਸਠੋਰ ਰਸ, ਜੋਰ ਜੋਰ ਧਨ ਕੀਆ। ਜਿਵੇਂ ਮਧੂ ਦੀ ਮੱਖੀ ਸ਼ਹਿਦ ਦੀ ਥੋੜਾ ਥੋੜਾ ਸ਼ਹਿਦ ਇਕੱਠਾ ਕਰਕੇ ਖਾਖਾ ਤਿਆਰ ਕਰਦੀ ਹੈ। ਮੈਂ ਸਵਾਦ ਨਾ ਖਾਵਾਂਗੀ, ਪਰ ਇਨਸਾਨ ਐਡਾ ਚਾਤਰਿਆ, ਆਪਣੇ ਢੰਗ ਨਾਲ ਸਾਰਾ ਚੋ ਕੇ ਵੇਚ ਲੈਂਦਾ। ਆਪਣੀ ਜਾਂ ਦੂਆਂ ਦੀ ਇੱਛਾ ਵਾਸਤੇ ਸਾਰਾ ਕੁਝ ਕਰਦਾ, ਮਾਇਆ ਕਮਾਉਂਦਾ। ਉਹ ਵਿਚਾਰੀ ਇਕੱਠੇ ਕਰਦੀ ਰਹਿ ਗਈ। ਇਸ ਤਰ੍ਹਾਂ ਜਿਹੜੇ ਸੂਮ ਬੰਦੇ ਆ, ਜਿਉਂ ਕਿਰਪਨ ਕਹਿ ਨਿਰਾਰਥ ਧਾਮ। ਜਿਹੜਾ ਕਿਰਪਨ ਪੁਰਖ ਹੈ ਨਾ ਸੂਮ, ਉਹਦੇ ਦਮੜੇ ਜਿਹੜੇ ਆ ਉਹ ਕਿਸੇ ਅਰਥ ਵਿੱਚ ਨਹੀਂ ਆਉਂਦੇ, ਕੰਮ ਵਿੱਚ ਨਹੀਂ ਆਉਂਦੇ। ਉਹ ਆਪ ਨਹੀਂ ਵਰਤ ਸਕਦਾ, ਕਿਸੇ ਪਰਉਪਕਾਰ ਵਿੱਚ ਵੀ ਨਹੀਂ ਲਾ ਸਕਦਾ। ਸੋ ਇਸ ਪ੍ਰਕਾਰ ਜਿਹੜੀ ਮਾਇਆ ਵਾਸਤੇ ਤੂੰ ਇੰਨੇ ਜਫਰ ਜਾਲ ਰਿਹਾ, ਇੰਨੀਆਂ ਹੇਰਾ ਫੇਰੀਆਂ ਕਰ ਰਿਹਾ, ਪਾਤਸ਼ਾਹ ਕਹਿੰਦੇ ਇਹ ਤੇਰੇ ਨਾਲ ਨਹੀਂ ਜਾਏਗਾ। ਧਨ ਇਹ ਮੂਰਖ ਮਨਾ, ਤੂੰ ਇਹਦੇ ਮੋਹ ਵਿੱਚ ਪਦਾਰਥਾਂ ਦੇ ਕਿਉਂ ਲੰਪਟ ਹੋ ਰਿਹਾ ਹੈ?
ਇਹਦੇ ਵਾਸਤੇ ਦੇ ਲੋ ਕਿ ਪੁੱਤ ਦੇ ਝਗੜੇ ਆ, ਭਰਾਵਾਂ ਦੇ ਝਗੜੇ ਆ, ਮਿੱਤਰਾਂ ਦੋਸਤਾਂ ਦੇ ਝਗੜੇ ਆ, ਪਤੀ ਪਤਨੀ ਦੇ ਝਗੜੇ ਆ। ਅਦਾਲਤਾਂ 'ਚ ਥਾਣਿਆਂ ਟਿਪਾਣਿਆਂ 'ਚ ਜਾ ਕੇ ਦੇਖੋ, ਔਰ ਬੜੇ ਕਤਲ ਵੀ ਇਹਦੇ ਪਿੱਛੇ ਹੋ ਰਹੇ ਆ। ਕਿੰਨਾ ਕੁਝ ਹੋ ਰਿਹਾ, ਕਿਉਂਕਿ ਜਹ ਗ੍ਰਹਿ ਥੋਰੀ ਬਹੁਤ ਇਸ ਗ੍ਰਹਿ ਚਿੰਤਾ। ਥੋੜੀ ਵਾਲੇ ਵੀ ਚਿੰਤਾ 'ਚ ਹੈ, ਬਹੁਤੀ ਵਾਲੇ ਵੀ ਭਰਮ ਰਹੇ ਹੋਰ ਮਿਲ ਜਾਏਗੀ, ਹੋਰ ਮਿਲ ਜਾਏਗੀ। ਇਸ ਵਾਸਤੇ ਬਹੁਤੀ ਵਾਲੇ ਬਹੁਤੀ ਨੂੰ ਪਏ ਹੋਏ ਆ, ਥੋੜੀ ਵਾਲੇ ਰੋਟੀ ਪਾਣੀ ਦਾ ਸਿਲਸਿਲਾ ਚੱਲ ਜਾਏ। ਇੱਕ ਫੌਜੀ ਸਿੰਘ ਮਹਾਂਪੁਰਖਾਂ ਨੂੰ ਕਹਿਣ ਲੱਗਾ, ਮਹਾਰਾਜ ਮਾਇਆ ਦੇ ਖੁੱਲੇ ਗੱਫੇ ਬਖਸ਼ੋ। ਮਹਾਂਪੁਰਖ ਕਹਿੰਦੇ, ਬੜਾ ਸੋਹਣਾ ਤੂੰ ਆਪਣੀ ਕਿਰਤ ਕਰ ਰਿਹਾ, ਰਾਸ਼ਟਰ ਦੀ ਸੇਵਾ ਕਰਦਾ, ਬੜੀ ਸੋਹਣੀ ਤਨਖਾਹ ਆ, ਜ਼ਿਆਦਾ ਲਾਲਚ ਕਿਉਂ ਕਰਨਾ? ਪਰ ਇਨਸਾਨ ਦੀ ਤ੍ਰਿਸ਼ਨਾ ਗਾਂਹ ਤੇ ਗਾਂਹ ਭਟਕਦੀ ਹੈ। ਅਧ ਕੀ ਤ੍ਰਿਸ਼ਨਾ ਵਿਆਪੈ ਕਾਮ, ਉਹ ਕਾਮਨਾ ਵਧੀ ਜਾਂਦੀਆਂ। ਹੁਣ ਸਮੁੰਦਰ 'ਚ ਜਿੰਨੇ ਦਰਿਆ ਪਈ ਜਾਂਦੇ ਆ, ਉਹ ਕਦੀ ਜਵਾਬ ਦਿੱਤਾ? ਉਹ ਤ੍ਰਿਪਤ ਨਹੀਂ ਹੁੰਦਾ। ਸਾਇਰ ਭਰੇ ਕਿਸ ਸਮੁੰਦਰ ਭਰੇ ਗਏ ਨੇ। ਉਹ ਜਿੰਨਾ ਪਾਣੀ ਜ਼ਿਆਦਾ ਇਕੱਠਾ ਕੀਤਾ, ਖਾਰਾ ਹੀ ਹੋ ਗਿਆ। ਪੀਣ ਦੇ, ਨਹਾਉਣ ਦੇ, ਲੰਗਰ ਦੇ ਕਿਸੇ ਕੰਮ ਨਹੀਂ ਸਮੁੰਦਰ ਦਾ ਪਾਣੀ। ਉਹ ਨਦੀਆਂ ਦਾ ਪਾਣੀ ਤਾਂ ਬੜਾ ਮਿੱਠਾ ਸੀ, ਜਿੰਨਾ ਚਿਰ ਉਹ ਪ੍ਰਵਾਹ ਵਿੱਚ ਸੀ ਉਹਦੇ 'ਚ ਮਿਠਾਸ ਸੀ ਅਤੇ ਸਾਫ਼ ਸੀ। ਜਦੋਂ ਇਕੱਠਾ ਹੋ ਗਿਆ ਉਹ ਖਾਰਾ ਹੋ ਗਿਆ। ਇਸ ਤਰ੍ਹਾਂ ਮਾਇਆ ਵੀ ਜਦੋਂ ਧਰਮ ਕਾਰਜਾਂ 'ਚ ਲੱਗਦੀ ਰਹੇ, ਫਿਰ ਤਾਂ ਇਹਦੇ ਵਿੱਚ ਮਿਠਾਸ ਆ। ਜਿਲੇ ਫਿਰ ਇਕੱਠੀ ਕਰਨ ਨਾਲ ਤੁਰ ਪੈ, ਇਹਦੇ 'ਚ ਵੀ ਕਈ ਖੋਟ ਰੂਪੀ ਖਾਰ ਪੈਦਾ ਹੋ ਜਾਂਦੀ ਹੈ, ਅਪੱਧਰਾਂ ਦਾ ਕਾਰਨ ਬਣ ਜਾਂਦੀ ਹੈ। ਸੋ ਇਸ ਵਾਸਤੇ ਮਹਾਂਪੁਰਖ ਕਹਿਣ ਲੱਗੇ, ਤੈਨੂੰ ਇੱਕ ਦ੍ਰਿਸ਼ਟਾਂਤ ਸੁਣਾ ਦਿੰਦੇ ਹਾਂ। ਇੱਕ ਬੜਾ ਅਮੀਰ ਸੇਠ ਸੀ, ਮਾਇਆਧਾਰੀ। ਵੱਡੇ ਅਮੀਰ ਆਦਮੀ ਜਿਹੜੇ ਆ, ਉਹ ਕਸਰਤ ਵਗੈਰਾ ਘੱਟ ਜਾਂਦੀ ਹੈ, ਐਕਸਰਸਾਈਜ਼, ਕਈ ਰੋਗ ਵਗੈਰਾ ਲੱਗ ਜਾਂਦੇ ਆ। ਔਸ਼ਧੀਆਂ ਦੇ ਸਿਰ 'ਤੇ ਹੀ ਭੋਜਨ ਪਾਣੀ ਹਜ਼ਮ ਹੁੰਦਾ ਹੈ। ਆਮ ਮੂੰਗੀ ਦੀ ਦਾਲ ਨਾਲ ਫੁਲਕਾ, ਖੁਸ਼ਕ ਫੁਲਕਾ। ਉਹ ਇੱਕ ਦਿਨ ਕਰਾੜੀ ਕਹਿਣ ਲੱਗੀ, ਲਾਲੀ ਤੇ ਲਾਲਾ ਜੀ, ਇਸ ਮਾਇਆ ਦਾ ਕੀ ਲਾਭ ਹੈ? ਬਸ ਖੁਸ਼ਕ ਫੁਲਕੇ, 12 ਮਹੀਨੇ ਮੂੰਗੀ ਦੀ ਦਾਲ ਹੈ, ਕੋਈ ਦਾਲ ਨਹੀਂ, ਸਬਜ਼ੀ ਨਹੀਂ, ਕੋਈ ਸਲਾਦ ਨਹੀਂ, ਕੋਈ ਚਟਣੀ, ਪਲਾ, ਪ੍ਰਸ਼ਾਦ ਨਹੀਂ। ਪਿਆ ਸਾਡੇ ਨੇੜੇ ਮਰਾਸੀਆਂ ਦਾ ਘਰ ਆ, ਢੋਲ ਢਮੱਕਾ ਖੜਕਦਾ, ਤੁੜਕੇ ਲਾਲਾ ਖਾਂਦੇ ਆ। ਕਿੰਨੀ ਦੂਰ ਤੱਕ ਬਾਸ਼ਨਾ ਜਾਂਦੀ ਹੈ। ਲਾਲਾ ਜੀ ਕਹਿਣ ਲੱਗੇ, ਇਹ ਹਾਲੇ 99 ਦੇ ਗੇੜ ਵਿੱਚ ਨਹੀਂ ਪਏ, ਤਾਂ ਖਾਂਦੇ ਆ। ਆਪਾਂ 99 ਦੇ ਗੇੜ ਵਿੱਚ ਪੈ ਗਏ ਹਾਂ। ਕਹਿੰਦੇ ਉਹ ਕਿਵੇਂ? ਕਹਿੰਦੇ ਤੈਨੂੰ ਦੱਸ ਦਿੰਦੇ ਹਾਂ। 99 ਰੁਪਏ ਲਿਆ, ਉਹਨਾਂ ਉੱਤੇ ਉਹ ਸ਼ਨੀਲ ਦੀ ਲੀਰ ਜਿਹੀ ਲਪੇਟ ਕੇ ਖੁਦੋ ਜਿਹੀ ਬਣਾ ਕੇ, ਚੰਦ ਦੀ ਚਾਨਣੀ ਸੀ, ਅਤੇ ਮਰਾਸੀਆਂ ਦੇ ਘਰ ਵਿੱਚ ਉਹ ਕੰਧ ਦੇ ਉੱਪਰੋਂ ਸੁੱਟ ਦਿੱਤੀ। ਜ਼ਿਲ੍ਹੇ ਸਵੇਰੇ ਮਰਾਸੀ ਉੱਠਿਆ ਕਿਸੇ ਕਿਰਿਆ ਕਰਨ ਵਾਸਤੇ, ਉਹ ਲੀਰ ਜਿਹੀ ਚਮਕੇ, ਦੇਖਿਆ ਵੇ ਖੁਦੋ ਜਿਹੀ ਕੀ ਹੈ। ਇਸ ਵੇਲੇ ਉਹ ਖੋਲ੍ਹਿਆ,
ਉਹਦੇ 99 ਰੁਪਏ। ਬੜਾ ਖੁਸ਼, ਕਹਿਣ ਲੱਗਾ ਮੀਰਜ਼ਾਦੀਏ, ਅੱਲਾਹ ਤਾਲਾ ਸਾਡੀਆਂ ਨਵਾਜ਼ਾਂ ਕਲਮੇ 'ਤੇ ਪ੍ਰਸੰਨ ਹੋ ਗਿਆ, 99 ਰੁਪਏ ਬਖਸ਼ੇ ਆ। ਕੱਲ੍ਹ ਤੂੰ ਫਲਾਣਿਆਂ ਦੇ ਘਰ ਮਾਈਆਂ ਲੱਗਾ ਸੀ, ਉੱਥੇ ਗਈ ਸੀ, 1 ਰੁਪਈਆ ਲਿਆਈ ਸੀ, ਆਪਾਂ ਰਲਾ ਕੇ ਇਹਨੂੰ 100 ਬਣਾ ਲਈਏ। ਬਸ 100 ਹੋ ਗਿਆ। ਫਿਰ 199 ਹੋ ਗਿਆ, ਫਿਰ 200 ਬਣਾ ਲਈਏ, 299 ਫਿਰ 300, 399 400, 499 500। ਕਹਿੰਦੇ ਹੁਣ ਬੀਬੋ ਦਾ ਵਿਆਹ ਕਰਨ ਵਾਲਾ, ਤੁੜਕੇ ਛਮ ਕੇ ਬੰਦ ਕਰੀਏ, ਥੋੜ੍ਹਾ ਸੰਜਮ ਕਰੀਏ। ਬਸ ਢੋਲ ਢਮੱਕਾ ਵੀ ਬੰਦ, ਤੁੜਕੇ ਛਮਕੇ ਵੀ ਬੰਦ ਹੋ ਗਏ। ਇੱਕ ਦਿਨ ਫਿਰ ਮਿਲਿਆ ਲਾਲਾ, ਕਹਿਣ ਲੱਗੇ ਮੀਰਜ਼ਾਦੇ, ਅੱਗੇ ਬੜੇ ਢੋਲ ਢਾਲ ਖੜਕਦੇ ਹੁੰਦੇ ਸੀ, ਬੜੇ ਤੁੜਕੇ ਛਮਕੇ ਲੱਗਦੇ ਸੀ, ਬੜੀ ਬਾਸ਼ਨਾ ਆਉਂਦੀ ਹੁੰਦੀ ਸੀ, ਕੀ ਗੱਲ ਹੋਈ? ਕਹਿੰਦੇ ਲਾਲਾ ਜੀ ਤੁਹਾਨੂੰ ਗੱਲਾਂ ਆਉਂਦੀਆਂ, ਅਸੀਂ ਗਰੀਬ ਆਦਮੀ ਹਾਂ ਅਤੇ ਮਸੀਂ ਗੁਜ਼ਰ ਕਰਦੇ ਹਾਂ, ਅਤੇ ਅਸੀਂ ਗਰੀਬਾਂ ਨੇ ਕੀ ਕਰਨਾ? ਕਹਿੰਦੇ ਜਿੱਦਣ ਦਾ 99 ਦੇ ਗੇੜ 'ਚ ਪਿਆ ਉਦਣ ਦੇ ਬੰਦ ਹੋਏ ਨਾ। ਇਹ ਪਤਾ ਲੱਗਾ ਵੀ ਅੱਲਾਹ ਤਾਲਾ ਨਹੀਂ, ਇਹ ਤਾਂ ਲਾਲਾ ਜੀ ਦੀ ਸ਼ਰਾਰਤ ਸੀ। ਗੱਜ ਕੇ ਬੋਲੋ ਸਤਨਾਮ। ਮਹਾਂਪੁਰਖ ਕਹਿਣ ਲੱਗੇ ਫੌਜੀਆ ਦੇਖ ਲਾ, ਫੇ ਹੁਣ ਬੜਾ ਸੋਹਣਾ ਕੰਮ ਚੱਲੀ ਜਾਂਦਾ, ਜਿਹੜੇ 99 ਦੇ ਗੇੜ 'ਚ ਪੈ ਗਿਆ ਨਾ, ਫਿਰ ਇਹ ਜਿਹਾ ਹੋਵੇਗਾ। ਇਸ ਵਾਸਤੇ ਹਜ਼ੂਰ ਕਹਿੰਦੇ ਹਨ, ਹੇ ਮੂਰਖ ਮਨਾ, ਝੂਠੀ ਮਾਇਆ ਆਪ ਬੰਧਾਇਆ, ਜਿਉਂ ਨਲਣੀ ਭਰਮ ਸੂਆ। ਸੂਆ ਨਾਮ ਤੋਤੇ ਦਾ, ਜਿਹੜੇ ਤੋਤੇ ਨੂੰ ਫੜਦੇ ਆ ਨਾ, 2 ਪੋਲ ਕੱਢ ਦਿੰਦੇ ਆ, ਉਹਦੇ 'ਤੇ ਇੱਕ ਫਿਰ ਸਲਾਈਡ ਪਾਈ ਜਾਂਦੀ, ਉਹਦੇ ਵਿੱਚ ਨਲਪੀ ਹੁੰਦੀ ਆ, ਉਹਦੇ ਥੱਲੇ ਇੱਕ ਪਾਣੀ ਦਾ ਕੜਾਈਆ ਭਰ ਕੇ ਰੱਖ ਦਿੰਦੇ ਆ, ਦੂਰ ਜਾਲ ਲਾਇਆ ਹੁੰਦਾ ਅਤੇ ਚੋਗ ਖਿਲਾਰੀ ਹੁੰਦੀ ਹੈ। ਚੋਗ ਦੇ ਲਾਲਚ ਵਿੱਚ ਤੋਤਾ ਆ ਜਾਂਦਾ ਹੈ, ਉਹ ਬੇਹਲੀਆ ਸ਼ਿਕਾਰੀ ਜਾਲ ਨੇੜੇ ਕਰਦਾ ਜਾਂਦਾ। ਹੁਣ ਉਹ ਚੋਗ ਦਾ ਮੋਹ ਤਿਆਗਦਾ ਨਹੀਂ, ਲਾਲਚ। ਉਹ ਫਿਰ ਉਹ ਜਿਹੜੀ ਸਲਾਈਡ ਤੇ ਨਲਪੀ ਪਾਈ ਉੱਤੇ ਬੈਠ ਜਾਂਦਾ ਹੈ। ਉਹ ਜਿਉਂ-ਜਿਉਂ ਜਾਲ ਨੇੜੇ ਲਿਆਉਂਦਾ, ਉਹ ਉੱਡਣ ਦੀ ਕੋਸ਼ਿਸ਼ ਕਰਦਾ ਹੈ, ਨਲਪੀ ਘੁੰਮ ਜਾਂਦੀ ਹੈ, ਉੱਡ ਨਹੀਂ ਸਕਦਾ। ਫਿਰ ਉਹ ਧੌਣ ਪਰਨੇ ਲਟਕ ਜਾਂਦਾ, ਥੱਲੇ ਜੋ ਕੜਾਹੀ ਵਿੱਚ ਪਾਣੀ, ਉਹਨੂੰ ਇੱਕ ਸਮੁੰਦਰ ਦੀ ਨਜ਼ਰ ਆਉਂਦਾ। ਫਿਰ ਉਹ ਤੋਤਾ ਬਹੁਤ ਡਰ ਜਾਂਦਾ ਹੈ। ਫਿਰ ਉਸ ਤੋਤੇ ਨੂੰ ਫੜ ਕੇ ਪਿੰਜਰੇ ਪਾ ਦਿੰਦਾ ਸ਼ਿਕਾਰੀ। ਇਹ ਕਹਿੰਦਾ ਕਹੋ ਗੰਗਾ ਰਮਾ ਰਾਮ ਰਾਮ। ਬਸ ਫਿਰ ਪਿੰਜਰੇ ਜੋਗਾ ਹੋ ਗਿਆ। ਜਿਹੜਾ ਉੱਚੀਆਂ ਅਡਾਨਾਂ ਭਰਦਾ ਸੀ, ਮੌਜ ਲੈਂਦਾ ਸੀ, ਤਰ੍ਹਾਂ ਤਰ੍ਹਾਂ ਦੇ ਫਲ ਮੇਵੇ ਖਾਂਦਾ ਸੀ, ਕੁਝ ਟੁੱਕ ਕੇ ਸੁੱਟ ਦਿੰਦਾ ਸੀ, ਕੁਝ ਆਪਣਾ ਸੀਤ ਪ੍ਰਸ਼ਾਦ ਦੁਇਆਂ ਲਈ ਛੱਡਦਾ ਸੀ, ਉਹ ਪਿੰਜਰੇ ਵਿੱਚ ਪੈ ਗਿਆ। ਇਸੇ ਤਰ੍ਹਾਂ ਹੀ ਜੀਵ ਰੂਪੀ ਤੋਤਾ ਮਾਇਆ ਪਦਾਰਥਾਂ ਦੇ ਲਾਲਚ ਵਿੱਚ ਕਾਲ ਰੂਪੀ ਸ਼ਿਕਾਰੀ ਮੌਤ ਦਾ ਜਾਲ ਲਾਈ ਬੈਠਾ, ਇਹਨੂੰ ਫਸਾ ਲੈਂਦਾ। ਬਸ ਇਹ ਵੀ ਤੋਤੇ ਵਾਂਗੂ ਫਿਰ ਕਹੋ ਗੰਗਾ ਰਮਾ ਰਾਮ ਰਾਮ। ਸਾਰੀ ਉਮਰ ਇਸਤਰੀ ਪੁੱਤਰ ਪਰਿਵਾਰ ਦਾ ਮਜ਼ਦੂਰ ਬਣਿਆ ਹੋਇਆ ਜ਼ਿੰਦਗੀ ਇਸੇ ਤਰ੍ਹਾਂ ਹੀ ਕੱਟਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ, ਕਿਆ ਤੂੰ ਲਪਟਾਵਹਿ ਮੂਰਖ ਮਨਾ। ਹੇ ਮੂਰਖ ਮਨਾ, ਇਹ ਮਾਇਆ ਪਦਾਰਥਾਂ ਵਾਸਤੇ ਕਿਉਂ ਲੰਪਟ ਹੋ ਰਿਹਾ ਹੈ, ਕਿਉਂ ਇਹਨੂੰ ਚਿੰਬੜ ਰਿਹਾ ਹੈ। ਸੁਤ ਮੀਤ ਕੁਟੰਬ ਅਰ ਬੰਤਾ। ਸੁਤ ਪੁੱਤਰ, ਮੀਤ ਮਿੱਤਰ, ਕੁਟੰਬ ਪਰਿਵਾਰ ਤੇ ਬੰਤਾ ਜੋ ਇਸਤਰੀ ਹੈ,
ਇਨ ਤੇ ਕਹੋ ਤੁਮ ਕਮਨ ਸਨਾਥਾ। ਇਹਨਾਂ ਵਿੱਚੋਂ ਤੂੰ ਇਹ ਦੱਸ, ਅੰਤ ਸਮੇਂ ਤੈਨੂੰ ਕੋਈ ਆਸਰਾ ਸਹਾਰਾ ਦੇਣ ਵਾਲਾ ਹੈ? ਜਿਨ੍ਹਾਂ ਵਾਸਤੇ ਦਿਨ ਰਾਤ ਅਨੇਕ ਪ੍ਰਕਾਰ ਦੇ ਉਪਦਰਵ ਪਾਪ ਕਰਦਾ ਹੈ, ਤੇ ਜਦੋਂ ਸੰਕਟ ਦਾ ਸਮਾਂ ਆਇਆ ਨਾ, ਇਹਨਾਂ 'ਚੋਂ ਕੋਈ ਸਹਾਇਤਾ ਕਰੇਗਾ? ਉਹ ਜਦੋਂ ਰਿਸ਼ੀਆਂ ਦੇ ਕੋਲ ਇਸ ਤਰ੍ਹਾਂ ਦੀ ਪ੍ਰਕਿਰਿਆ ਹੋਈ ਸੀ, ਕਹਿੰਦੇ ਜਾਂ ਪਰਿਵਾਰ ਨੂੰ ਪੁੱਛ ਕਿ ਤੇਰੀ ਸਹਾਇਤਾ ਕਰਨਗੇ, ਮਾਤਾ ਪਿਤਾ ਨੂੰ। ਉਹ ਕਹਿੰਦੇ ਅਸੀਂ ਤੈਨੂੰ ਪਾਲਿਆ, ਹੁਣ ਬੁੱਢੇ ਹੋ ਗਏ ਹਾਂ, ਤੇਰਾ ਫਰਜ਼ ਆ ਸਾਡੀ ਪਰਵਰਿਸ਼ ਕਰਨ ਦਾ। ਇਸਤਰੀ ਨੂੰ ਕਹਿੰਦੇ 2 ਪੰਚਾਇਤਾਂ 'ਚ ਇਸ਼ਟ ਦੇ ਸਾਹਮਣੇ ਤੇਰੇ ਲੜ ਲਾਇਆ, ਮੈਨੂੰ ਕੀ ਹੈ, ਜਿੱਥੋਂ ਮਰਜ਼ੀ ਲਿਆ ਕੇ ਖੜਾ। ਪੁੱਤਰ ਧੀਆਂ ਨੂੰ ਹੁਣ ਤੁਸੀਂ ਜਵਾਨ ਸਾਡੀ ਪਰਵਰਿਸ਼ ਕਰਦੇ ਹੋ, ਜਦੋਂ ਤੁਸੀਂ ਬੁੱਢੇ ਹੋ ਗਏ ਅਸੀਂ ਜਵਾਨ ਹੋਵਾਂਗੇ, ਅਸੀਂ ਤੁਹਾਡੀ ਪਾਲਣਾ ਕਰਾਂਗੇ। ਇਸੇ ਤਰ੍ਹਾਂ ਸਾਰੇ ਹੀ ਜਾਣ ਲੈਣਾ, ਅਸੀਂ ਭਾਈ ਤੇਰੇ ਕਰਮ ਦੇ ਕੋਈ ਜ਼ਿੰਮੇਵਾਰ ਨਹੀਂ, ਤੈਨੂੰ ਆਪਣੇ ਕਰਮਾਂ ਦਾ ਹਿਸਾਬ ਕਿਤਾਬ ਆਪ ਹੀ ਦੇਣਾ ਪਏਗਾ। ਅਤੇ ਫਿਰ ਇਸੇ ਤਰ੍ਹਾਂ ਹੀ ਉਮਰ ਲੰਘ ਜਾਂਦੀ ਹੈ। ਪੁੰਨ ਦਾਨ ਨਹੀਂ ਸੰਤਨ ਸੇਵਾ, ਨਾ ਤਾਂ ਕੋਈ ਪੁੰਨ ਕੀਤਾ, ਨਾ ਦਾਨ ਕੀਤਾ, ਨਾ ਮਹਾਂਪੁਰਖਾਂ ਦੀ ਸੇਵਾ ਕਰਕੇ ਕੋਈ ਸਮੱਥ ਲਈ। ਹੈਂਕੜ ਬਾਜ ਬਣ ਕੇ ਹੰਕਾਰ ਵਿੱਚ ਫਿਰਦਾ ਰਿਹਾ, ਅਤੇ ਕਹਿੰਦਾ ਲੈ ਇਹ ਵੀ ਤਾਂ ਗੁਰੂ ਦੀ ਸੇਵਾ ਹੀ ਹੈ, ਗੁਰੂ ਦੀ ਸੇਵਾ ਤਾਂ ਕੀਤੀ ਨਹੀਂ। ਇਹ ਕਟੰਬ ਦੇ ਮੋਹ ਵਿੱਚ ਬੱਧਾ ਚੱਟੀ ਜੋ ਭਰੈ, ਨਾ ਗੁਣ ਨਾ ਅਪਕਾਰ। ਇਹ ਪਰਿਵਾਰ ਦੇ ਮੋਹ ਵਿੱਚ ਬੱਧਾ ਚੱਟੀ ਭਰ ਰਿਹਾ, ਇਹ ਸੇਵਾ ਨਹੀਂ ਹੈ। ਕਿ ਜਿਸ ਵੇਲੇ ਫਿਰ ਬੁੱਢਾ ਹੋ ਜਾਂਦਾ, ਨਾ ਇਹਦਾ ਕੋਈ ਗੁਣ ਮੰਨਦੇ ਨਾ ਪਰਉਪਕਾਰ। ਕਹਿੰਦੇ ਬੁੱਢਿਆ ਤੂੰ ਸਾਡੇ ਲਈ ਕੀਤਾ ਕੀ ਹੈ? ਗੱਜ ਕੇ ਬੋਲੋ ਸਤਿਨਾਮ। ਕਈ ਬੁੱਢੇ ਬੁੱਢੀਆਂ ਤਾਂ ਬਿਰਧ ਆਸ਼ਰਮ ਧੱਕੇ ਖਾਂਦੇ ਆ, ਕਿ ਘਰਾਂ ਵਿੱਚ ਰੋਜ਼ ਅਪਮਾਨਿਤ ਜ਼ਿੰਦਗੀ ਬਤੀਤ ਕਰ ਰਹੇ ਹੈ। ਇਸ ਪ੍ਰਕਾਰ ਸਾਧ ਸਿੰਘ ਪਰ ਮੋਹ ਫੇ ਨਹੀਂ ਛੱਡਦਾ। ਉਹ ਬੁੱਢੇ ਨੂੰ ਕੁੱਟਿਆ ਪੁੱਤ ਨੇ, ਬਾਹਰ ਬੈਠਾ ਰੋ ਰਿਹਾ। ਕੋਈ ਮਹਾਤਮਾ ਆਏ, ਬਜ਼ੁਰਗੋ ਕਿਉਂ ਰੋ ਰਹੇ ਹੋ? ਕਿਉਂ? ਮਹਾਂਪੁਰਖਾਂ ਦਾ ਦਇਆ ਵਾਲਾ ਸੁਭਾਅ ਹੁੰਦਾ, ਸੰਤ ਹਿਰਦਾ ਨਵਨੀਤ ਸਮਾਨਾ, ਸੰਤਾਂ ਦਾ ਹਿਰਦਾ ਮੱਖਣ ਵਾਂਗੂ ਨਰਮ ਆ। ਇਹ ਮੱਖਣ ਨੂੰ ਥਿਆਲੀ ਦੀ ਰੱਖੀਏ ਨਾ, ਥੋੜ੍ਹੀ ਜਿਹੀ ਗਰਮੈਸ਼ ਨਾਲ ਪਗਰ ਜਾਂਦਾ। ਉਹਨਾਂ ਅੰਦਰ ਦਇਆ ਵਾਲਾ ਕਰਨ ਵਾਲਾ ਭਾਵ ਹੁੰਦਾ। ਚੱਲ ਫਿਰ ਸਾਡੇ ਸਥਾਨ 'ਤੇ ਚਲਿਆ ਚੱਲ, ਅਸੀਂ ਤੇਰੀ ਸੇਵਾ ਕਰਾਂਗੇ। ਕਹਿਣ ਲੱਗੇ ਤੈਨੂੰ ਤਾਂ ਘਰੋਂ ਕੱਢਿਆ ਹੋਇਆ ਨਿਕਲਿਆ, ਮੈਨੂੰ ਵੀ ਕੱਢੀ ਜਾਣਾ। ਕਹਿੰਦੇ ਨਾਏ ਕਹਿੰਦਾ ਪੁੱਤ ਕੁੱਟਦੇ ਆ। ਕਹਿੰਦੇ ਉਹ ਜਾਣੇ ਫਿਰ ਵੀ ਆਪਣੇ ਹੀ ਆ ਨਾ। ਗੱਜ ਕੇ ਬੋਲੋ ਸਤਿਨਾਮ। ਕਹਿੰਦੇ ਫਿਰ ਖਾਈ ਚੱਲ ਕੁੱਟ ਭਾਈ। ਮੋਹ ਐਸਾ ਹੈ ਹਾਲੇ ਵੀ ਸਮਝਦਾ ਨਹੀਂ। ਵਾਰ-ਵਾਰ ਨਰਾਦਰ ਕਰਾ ਕੇ ਵੀ ਉਹਨਾਂ ਦਾ ਮੋਹ ਤਿਆਗ ਕੇ ਹਾਲੇ ਵੀ ਸਤਸੰਗ ਸਿਮਰਨ ਵੱਲ ਨਹੀਂ ਲੱਗਦਾ। ਐਸੀ ਦੀ ਦਸ਼ਾ ਹੋ ਰਹੀ ਹੈ। ਇੱਕ ਦਿਨ ਇੱਕ ਬਜ਼ੁਰਗ ਆਏ, ਕਹਿੰਦੇ ਮੈਂ ਆਪਣੇ ਬੱਚੇ ਨੂੰ 1 ਕਰੋੜ ਰੁਪਈਆ ਦੇ ਚੁੱਕਾ। ਕਰੋੜ ਮੇਰੇ ਕੋਲ ਆ, ਉਹ ਰੋਜ਼ ਮੈਨੂੰ ਕੁੱਟਦੇ ਆ। ਮੈਨੂੰ ਦੱਸੋ ਕਿ ਮੈਂ ਕਿਸੇ ਬਿਰਧ ਆਸ਼ਰਮ 'ਚ ਦਿਨ ਕੱਟ ਲਵਾਂ, ਕਿਉਂਕਿ ਮਾਇਆ ਕੋਲ ਹੁੰਦਿਆਂ ਵੀ ਸ਼ਾਂਤੀ ਸੁੱਖ ਨਹੀਂ। ਇਸ ਵਾਸਤੇ ਸੁੱਖ ਨਾ ਹੀ ਰਿਹਾ ਹਰ ਭਗਤ ਬਿਨਾ। ਜੀਤ ਜਨਮ ਇਹ ਰਤਨ ਅਮੋਲਕ, ਸਾਧ ਸੰਗਤ ਜਪ ਇੱਕ ਖਿਨਾ। ਜੇ ਸਾਧ ਸੰਗਤ ਵਿੱਚ ਆ ਕੇ ਇੱਕ ਖਿਨ ਵੀ ਨਾਮ ਜਪਿਆ ਜਾਏ, ਉਹ ਤੇਰੇ ਸੁੱਖ ਦਾ ਕਾਰਨ ਬਣ ਜਾਏਗਾ। ਏਕ ਪਲਕ ਸੁਖ ਸਾਧ ਸਮਾਗਮ, ਕੋਟ ਬੈਕੁੰਠ ਹੈ ਪਾਏ। ਇੱਕ ਪਲਕ ਮਾਤਰ ਜਿਹੜੀ ਮਹਾਂਪੁਰਖਾਂ ਦੀ ਸੰਗਤ ਆ, ਉਹ ਕਰੋੜਾਂ ਬਕੁੰਠਾਂ ਨਾਲੋਂ ਵੀ ਮਹਾਨ ਕਹੀ ਗਈ ਹੈ। ਸਤਿਪੁਰਸ਼ਾਂ ਗੁਰਮੁਖ ਜਨਾਂ ਦੀ ਜਿਹੜੀ ਸੰਗਤ ਹੈ, ਉੱਧਰ ਇਹ ਜਾਂਦਾ ਨਹੀਂ। ਉੱਧਰ ਅਮੋੜ ਹੋ ਕੇ
ਵਿਚਰ ਰਿਹਾ, ਸਗੋਂ ਨਿੰਦਾ ਚੁਗਲੀ ਕਰਦਾ ਹੈ। ਹਜ਼ੂਰ ਪਾਤਸ਼ਾਹ ਸਮਝਾਉਂਦੇ ਹਨ, ਰਾਜ ਰੰਗ ਮਾਇਆ ਵਿਸਥਾਰ। ਇਹ ਜਿਹੜੇ ਰਾਜਿਆਂ ਵਾਲੇ ਰੰਗ ਆ, ਔਰ ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਹੇ ਆ, ਕਰਤਾ ਚਿਤ ਨਾ ਆਇਓ। ਉਹ ਤਾਂ ਚੇਤੇ ਨਹੀਂ ਆਇਆ, ਰੰਗਾਂ ਤਮਾਸ਼ਿਆਂ 'ਚ ਲਗਾ ਰਿਹਾ। ਇੱਕ ਮਹਾਂਪੁਰਖ ਸੀਗੇ ਨਾ, ਬੜੇ ਵਿਰਕਤ ਅਤੀਤ, ਉਹ ਝੀਰੀ ਪੱਠੀ ਦੇ ਦਾਣੇ ਭੁੰਨਦੀ ਹੁੰਦੀ ਸੀ। ਚੱਲੇ ਉਹ ਨਹੀਂ ਚਲੇ ਜਾਣਾ, ਉਹ ਸਰਦੀ ਉੱਥੇ ਬੈਠ ਜਾਣਾ। ਫਿਰ ਉਹ ਪੱਠੀ ਦੀ ਅੱਗ ਠੰਡੀ ਹੋਣੀ, ਉਹ ਪੌੜ ਤੱਤੇ ਹੁੰਦੇ, ਉੱਥੇ ਬਹਿ ਜਾਣਾ। ਅਤੇ ਰਾਜੇ ਦੇ ਮਹਿਲ ਨੇੜੇ ਸਨ। ਉਹ ਦੇਖਦਾ ਰਿਹਾ ਕਿ ਮੈਨੂੰ ਕਿੰਨੀ ਸੁੱਖ ਐਸ਼ਵਰਜ ਵਿਭੂਤੀ ਹੈ, ਫਿਰ ਵੀ ਮਨ ਕਲੇਸ਼ ਵਿੱਚ ਰਹਿੰਦਾ। ਇਹ ਸੰਤ ਤੇ ਇਸੇ ਤਰ੍ਹਾਂ ਅਵਧੂਤ ਹੈ, ਤਿਆਗੀ ਵਿਰਾਗੀ। ਇਹਨੂੰ ਪੁੱਛਣਾ, ਇਹ ਸਰਦੀ ਵਿੱਚ ਤੇਰੀ ਰਾਤ ਕਿਵੇਂ ਨਿਕਲਦੀ ਹੈ? ਸੁਨੇਹਾ ਭੇਜਿਆ ਕਿ ਮਹਾਂਪੁਰਖੋ ਤੁਹਾਨੂੰ ਰਾਜਾ ਸਾਹਿਬ ਬੁਲਾ ਰਹੇ ਆ। ਉਹ ਕਹਿੰਦੇ, ਮੇਰਾ ਤਾਂ ਰਾਜੇ ਨਾਲ ਕੋਈ ਪ੍ਰਯੋਜਨ ਨਹੀਂ, ਨਾ ਮੈਨੂੰ ਕੋਈ ਗਰਜਿਆ, ਮੈਂ ਕੀ ਲੈਣਾ। ਕਹਿੰਦੇ ਨੇ, ਬੇਨਤੀ ਕਰਦੇ ਨਿਮਰਤਾ ਨਾਲ। ਜਿਹਦੇ ਆਜੀ ਕੀਤੀ ਰਾਜਾ ਖਰ ਆ ਗਿਆ। ਕਹਿੰਦੇ, ਮਹਾਂਪੁਰਖੋ ਇਹ ਦੱਸੋ ਕਿ ਮੈਨੂੰ ਮਹਿਲਾਂ ਦਾ ਸੁੱਖ, ਸੇਜਾਂ ਦਾ ਸੁੱਖ, ਮਾਇਆ ਪਦਾਰਥਾਂ ਦਾ, ਤਰ੍ਹਾਂ ਤਰ੍ਹਾਂ ਦੇ ਮੇਵੇ, ਫਲ ਫਰੂਟ, ਤਰ੍ਹਾਂ ਤਰ੍ਹਾਂ ਦੇ ਜੂਸ ਵਗੈਰਾ, ਕੁਸ਼ਤੇ ਵਗੈਰਾ, ਸੁੱਖ ਸਮੱਗਰੀ, ਔਸ਼ਧੀਆਂ, ਸਾਰਾ ਕੁਝ ਹੈ। ਨੌਕਰ ਚਾਕਰ ਸੇਵਾ ਵਿੱਚ ਹਾਜ਼ਰ ਹਨ। ਮੇਰਾ ਮਨ ਅਸ਼ਾਂਤ ਹੈ। ਤੁਹਾਡੀ ਰਾਤ ਕਿਵੇਂ ਗੁਜ਼ਰਦੀ ਹੈ? ਸੰਤ ਕਹਿੰਦੇ, ਕੁਝ ਤੇਰੇ ਵਰਗੀ, ਕੁਝ ਤੇਰੇ ਨਾਲੋਂ ਚੰਗੀ। ਕਹਿੰਦੇ, ਉਹ ਕਿਵੇਂ? ਕਹਿੰਦੇ, ਤੂੰ ਪਹਿਲੀ ਰਾਤ ਵਿੱਚ ਵਿਸ਼ੇ ਵਿਕਾਰ ਭੋਗਦਾ, ਸ਼ਰਾਬਾਂ ਕਬਾਬਾਂ, ਨਸ਼ੇ ਪੱਤੇ। ਅਸੀਂ ਬੰਦਗੀ ਕਰਦੇ ਹਾਂ, ਅਤੇ ਜਦੋਂ ਸੌ ਜਾਈਏ, ਚਾਹੇ ਮਿੱਟੀ ਦੀਆਂ ਢੀਮਾਂ 'ਤੇ ਪਿਆ, ਚਾਹੇ ਬਿਸਤਰੇ 'ਤੇ, ਫਿਰ ਤਾਂ ਇੱਕੋ ਜਿਹਾ ਹੀ ਹੈ। ਗੱਜ ਕੇ ਬੋਲੋ ਸਤਿਨਾਮ। ਰਾਜੇ ਦੇ ਮਨ 'ਚ ਵੈਰਾਗ ਹੋ ਗਿਆ ਕਿ ਮੈਨੂੰ ਕੋਈ ਐਸਾ ਉਪਦੇਸ਼ ਦਿਓ, ਤੁਸੀਂ ਸਾਰੀ ਗੱਲ ਦੇ ਤਿਆਗੀ ਹੋ ਕੇ ਵੀ ਸ਼ਾਂਤ ਹੋ। ਮੈਨੂੰ ਦੁਨੀਆ ਦਾ ਸਮਰਾਟ ਬਣ ਕੇ ਸਾਰੀ ਸਮੱਗਰੀ ਪ੍ਰਾਪਤ ਹੈ, ਫਿਰ ਵੀ ਅਸ਼ਾਂਤ ਹਾਂ। ਬਸੰਤ ਸਵਰਗ ਲੋਕ ਹੈ, ਜਿਤ ਦੇ ਪ੍ਰਿਥਵੀ ਨਵ ਖੰਡਣ। ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ। ਹਰ ਬਿਸਰ ਸਦਾ ਖੁਆਰੀ, ਤਾ ਕੋ ਧੋਖਾ ਕਹਾਂ ਵਿਆਪੈ, ਜਾ ਕੋ ਓਟ ਤੁਹਾਰੀ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰ ਜਾਰੀ। ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੈ ਗੁਹਾਰੀ। ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾ ਕੋ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਇਸ ਵਾਸਤੇ ਸਾਧ ਸੰਗਤ ਜੀ, ਹਜ਼ੂਰ ਪਾਤਸ਼ਾਹ ਕਹਿੰਦੇ, ਮਨੁੱਖ ਜਨਮ ਸੇਵਾ ਸਿਮਰਨ ਬੰਦਗੀ ਕਰਕੇ ਅਕਾਲ ਪੁਰਖ ਦੀ ਪ੍ਰਾਪਤੀ ਲਈ ਮਿਲਿਆ। ਤੂੰ ਤਾਂ ਉੱਧਰ ਤਾਂ ਪਿੱਠ ਦੇ ਦਿੱਤੀ, ਤੂੰ ਤਾਂ ਹੋਰ ਦੀ ਹੋਰੇ ਬਾਟੇ ਕੁਰਾਹੇ ਪੈ ਗਿਆ। ਤੂੰ ਸਮਝਦਾ ਬੜੀਆਂ ਜੀਟੀ ਰੋਡਾਂ ਬਣਾ ਲਈਆਂ, ਆਕਾਸ਼ ਮਾਰਗ ਵਿੱਚ ਦਰਿਆਵਾਂ 'ਤੇ ਪੁਲ ਬੰਨ੍ਹ ਲੈ, ਅਤੇ ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ ਨਾ ਤਾਂ ਕੋਈ ਬੇੜੀ ਬਣਾਈ, ਨਾ ਬੇੜਾ ਬਣਾਇਆ, ਨਾ ਇਹਦੇ ਕੋਈ ਪੁਲ ਤਿਆਰ ਕੀਤਾ, ਨਾ ਇਹਦੇ ਹਮਾਈ ਮਾਰਗ ਲੱਜਿਆ। ਉੱਥੇ ਕਿਵੇਂ ਕਰੇਗਾ? ਜਹ ਮਾਤ ਪਿਤਾ ਸੁਤਮੀਤ ਨਾ ਭਾਈ, ਮਾਨੂਹਾ ਨਾਮ ਤੇਰਾ ਸੰਗ ਸਹਾਈ। ਇਹ ਮਾਰੇ ਕੇ ਗਨੇ ਜਾਹਿ ਨ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ। ਇਹ ਪੈਡੈ ਮਹਾ ਅੰਧ ਗਵਾਰਾ, ਤੈਂ ਹਰ ਕਾ ਨਾਮ ਸੰਗੂ ਜਿਆਰਾ। ਇੱਥੇ ਦਾ ਕਹਿਣਾ, ਗੱਲਬਾਤ ਬੜੀ ਨੇੜੇ ਹੋ ਗਈ। ਫੋਨਾਂ ਨਾ, ਨੈਟਾਂ ਨਾ, ਚਿੱਠੀ ਚਪੱਠੀ ਨੇੜੇ ਹੋ ਗਈ।
ਜਹਾਜ਼ਾਂ ਨਾਲ ਸਫ਼ਰ ਨੇੜੇ ਹੋ ਗਏ, ਬੱਸਾਂ ਗੱਡੀਆਂ ਕਾਰਾਂ ਮੋਟਰਾਂ ਸਕੂਟਰਾਂ ਨਾਲ। ਅਗਲੇ ਰਸਤੇ ਦਾ ਫਿਕਰ ਹੀ ਨਹੀਂ, ਉਧਰ ਵਾਸਤੇ ਤਾਂ ਕੋਈ ਕੀਤਾ ਹੀ ਕੁਝ ਨਹੀਂ। ਇਹ ਤਾਂ 4 ਦਿਨ ਦਾ ਠਾਠਾ ਬਾਗਾ ਹੈ, ਉਸ ਰਸਤੇ ਦਾ ਫਿਕਰ ਕੀਤਾ ਕੋਈ? ਉਸ ਪਾਸੇ ਦਾ ਤਾਂ ਤੈਨੂੰ ਧਿਆਨ ਹੀ ਨਹੀਂ। ਇੱਧਰ ਤਾਂ ਤੂੰ ਜਿੰਨੇ ਮਰਜ਼ੀ ਮੈਂ ਜੀ ਇੰਨੇ ਨੰਬਰ ਲੈ ਕੇ ਪਾਸ ਹੋਇਆ, ਪਰਮਾਤਮਾ ਦੇ ਪਾਸੇ ਤੂੰ ਬਿਲਕੁਲ ਜ਼ੀਰੋ ਹੀ ਆ, ਹਾਲੇ ਦਾਖਲਾ ਵੀ ਨਹੀਂ ਲਿਆ। ਪਾਤਸ਼ਾਹ ਜੀ ਸਮੱਤ ਦਿੰਦੇ ਔਰ ਸੁਚੇਤ ਕਰਦੇ ਹਨ, ਐ ਮਨੁੱਖ ਤੈਨੂੰ ਮਾਨਸ 'ਤੇ ਮਿਲੀ ਹੈ। ਇਹ ਜਿਹੜੇ ਰੰਗ ਤਮਾਸ਼ੇ ਇਹਨਾਂ ਤੋਂ ਉੱਪਰ ਉੱਠ ਔਰ ਉਹਨੂੰ ਚੇਤੇ ਕਰ, ਸਿਮਰਨ ਕਰ। ਇਹਨਾਂ ਬਕਾਰੀ ਗੱਲਾਂ ਵਿੱਚ ਪੈ ਕੇ ਜਨਮ ਬਰਬਾਦ ਨਾ ਕਰ। ਰਾਜ ਰੰਗ ਮਾਇਆ ਵਿਸਥਾਰ, ਰਾਜਾ ਮਨਿਸਟਰ ਬਣ ਗਿਆ, ਰੰਗਾਂ ਰੰਗਾਂ ਦੀਆਂ ਚੀਜ਼ਾਂ ਪਦਾਰਥ ਪੈਦਾ ਕਰ ਲਏ ਔਰ ਮਾਇਆ ਦਾ ਵਿਸਥਾਰ ਫੈਲਾਓ। ਠਾਠਾ ਬਾਗਾ ਵੀ ਬਹੁਤ ਬਣਾ ਲਿਆ। ਸਾਡੇ ਜੀ ਕੋਠੀ ਦੇ ਇੰਨੇ ਬੈੱਡਰੂਮ ਆ, ਇੰਨੇ ਬਾਥਰੂਮ ਆ, ਬਸ ਇੱਥੇ ਕੁ ਖੜ ਗਿਆ ਆ ਕੇ। ਸਾਡੇ ਜੀ ਬੂਹੇ ਮੋਰੇ ਘਰ ਦੇ ਜਿੰਨੇ ਜੀ ਉਨੀਆਂ ਗੱਡੀਆਂ, ਉਨਿਆਂ ਕੋਲ ਡਬਲ ਮੋਬਾਈਲ ਹਨ। ਇੱਥੇ ਤਾਂ ਇੱਕ ਦੂਏ ਨੂੰ ਸੱਦ ਲੈਣਾ ਮੋਬਾਈਲ ਨਾਲ, ਅਤੇ ਦਰਗਾਹ ਵਿੱਚ ਤਾਂ ਤੇਰੇ ਮੋਬਾਈਲ ਕਾਰਾਂ ਨੇ ਕੰਮ ਨਹੀਂ ਆਉਣਾ, ਸਹਾਇਤਾ ਕਰਨਗੇ। ਇਸ ਵਾਸਤੇ ਇਹ ਜਿੰਨੇ ਮਰਜ਼ੀ ਅਡੰਬਰ ਕਰ ਲਾ, ਅਤੇ ਜਿੱਦਣ ਕਾਢੋ ਹੋਈ ਨਾ, ਇਹ ਤਾਂ ਲਟ ਛੜਕਾਏ ਤਿਰਿਆ ਰੋਵੈ ਆਗੇ ਹੰਸ, ਅਕੇਲਾ ਜਾਈ ਦੇਰੀ ਬੈਠੀ ਮੇਰੀ ਰੋਵੈ ਖਟੀਆ ਲੈ ਗਏ ਭਾਈ। ਇਹ ਮਾਇਆ ਮਿੱਤਰ ਉਨਾ ਚਿਰਿਆ ਜਿੰਨਾ ਚਿਰ ਤੰਦਰੁਸਤ ਹੈ। ਅਤੇ ਇਸੇ ਤਰ੍ਹਾਂ ਭੈਣ ਭਰਾ ਬਸ ਸੇਵਿਆਂ ਤੱਕ, ਇਸਤਰੀ ਘਰ ਦੇ ਦਹਿਲੀਜ਼ ਤੱਕ ਹੈ। ਉੱਥੇ ਦਾ ਜਲੇਬੇ ਡੱਬੀ ਦੀ 1 ਤੀਲ ਤੇਰਾ ਮੁੱਲ ਪਏਗਾ, ਸਿਰਫ ਡੱਬੀ ਦੀ 1 ਤੀਲ। ਹੁਣ ਤਾਂ ਤੂੰ ਕਹਿੰਦਾ ਮੈਂ ਬੜਾ ਨਾਮਵਰ ਹਾਂ, ਮੇਰੀ ਬੜੀ ਖਿਆਤੀ ਹੈ, ਮੇਰੀ ਬੜੀ ਉੱਚੀ ਪਦਵੀ ਹੈ, ਚਾਹੇ ਕਿੱਡੀਆਂ ਪਦਵੀਆਂ ਬਣਾ ਲਾ, ਅਤੇ ਸਿਵਿਆਂ ਵਿੱਚ ਤੈਨੂੰ 3.5 ਹੱਥ ਜਗ੍ਹਾ ਹੀ ਮਿਲਣੀ ਹੈ, ਇਸ ਤੋਂ ਵੱਧ ਕੁਝ ਨਹੀਂ ਮਿਲਣਾ। ਇਸ ਵਾਸਤੇ ਉਹ ਕਬੀਰ ਸਾਹਿਬ ਗਏ ਸੀ ਨਾ, ਜਿਹੜੇ ਬਾਜ਼ਾਰ 'ਚ ਰਹਿੰਦੇ, ਇੱਕ ਬੜਾ ਅਮੀਰ ਸੇਠ ਸੀ, ਉਹ ਅੰਤਰਜਾਮੀ ਸੀ। ਜਿਲੇ ਖੜ੍ਹੇ ਨਾਕੁਰ ਨੂੰ ਕਹਿੰਦਾ ਕੌਣ ਖੜ੍ਹਾ? ਕਹਿੰਦੇ ਕਬੀਰ ਜਲਾਹਾ। ਕਿਉਂ ਆਇਆ ਇਹ? ਪੁੱਛੋ। ਕਹਿੰਦੇ ਸੇਠ ਨੂੰ ਮਿਲਣਾ। ਕਹਿੰਦੇ ਕਿਉਂ ਮੂਡ ਖਰਾਬ ਕਰਦਾ, ਸਵੇਰੇ ਜਲਾਇਆ ਹੈਂ, ਮੇਰਾ ਤੇਰੇ ਨਾਲ ਮਿਲਣ ਦਾ ਕੀ ਪ੍ਰਯੋਜਨ ਆ? ਕਹਿੰਦੇ ਵੇਖ ਲਓ ਕੋਈ ਜ਼ਰੂਰੀ ਕੰਮ ਸੀ, ਧੱਕੇ ਮਾਰ ਕੇ ਕੱਢ ਦਿੱਤਾ। ਤੇ ਦੂਏ ਦਿਨ ਫੂਕ ਨਿਕਲ ਗਈ, 7 ਝੰਡੇ ਝੁੱਲਦੇ ਸੀ ਅਮੀਰੀ ਦੇ, ਨੀਵੇਂ ਹੋ ਗਏ। ਫਿਰ ਜਨਾਜ਼ਾ ਜਾ ਰਿਹਾ, ਫੂਕਿਆ, ਗੋਗੜ ਵਿੱਚ ਚਰਬੀ ਬਹੁਤ ਸੀ, ਖੋਪਰੀ 'ਚ ਵੀ, ਬਸ ਮਸੀਂ ਸੜਿਆ ਸੁਣਾਇਆ, ਅਤੇ ਡਾਂਗਾ ਮਾਰ ਕੇ, ਅਤੇ ਫਿਰ ਉਹ ਠੰਡਾ ਹੋ ਗਿਆ, ਖੋਪਰੀ ਸੜੀ ਨਾ, ਉੱਤੇ ਲੈ ਗਏ। ਉਹ ਚਰੂੰਡਦੇ ਰਹੇ, ਮੀਂਹ ਪੈ ਗਿਆ, ਖੋਪਰੀ 'ਚ ਪਾਣੀ ਸੀ, ਕੁਝ ਚਰਬੀ ਦੀ ਅੰਸ਼, ਕਾਂ ਹੁਣ ਚਰੂੰਡ ਰਿਹਾ। ਕਬੀਰ ਸਾਹਿਬ ਖੜ ਗਏ, ਧਰਮ ਚੰਦ ਉਹਨਾਂ ਦਾ ਸੇਵਕ ਨਾਲ। ਮਹਾਰਾਜ ਜੀ ਕੀ ਕੌਤਕ? ਕਹਿੰਦੇ ਉਹੀ ਸੇਠ ਆ ਜਿਨ ਕੱਲ੍ਹ ਸਾਨੂੰ ਧੱਕੇ ਮਾਰੇ ਸਨ। ਅਸੀਂ ਤਾਂ ਗਏ ਸੀ ਜੇ ਉਪਦੇਸ਼ ਸੁਣ ਲਏਗਾ ਤੇ ਇਹਦੀ ਕਲਿਆਣ ਹੋ ਜਾਏਗੀ, ਪਰ ਜਨ ਭਗਤ ਨੂੰ ਕੋ ਕਹਿਓ ਨਾ ਮਾਨੋ, ਕੀਤੋ ਆਪਣੋ ਪਈ ਹੈ। ਉਹਨਾਂ ਮਹਾਂਪੁਰਖਾਂ ਦਾ ਕਹਿਣਾ ਮੰਨਿਆ ਨਾ ਹੰਕਾਰ ਵਿੱਚ, ਹੁਣ ਕੀਤੇ ਦਾ ਫਲ ਭੋਗ ਰਿਹਾ ਹੈ। ਹਜ਼ੂਰ ਪਾਤਸ਼ਾਹ ਸਮਝਾਉਂਦੇ ਹਨ, ਇਹਨਾਂ ਤੇ ਕਹੋ ਕਾਮਨ ਛੁਟਕਾਰ। ਇਹਨਾਂ ਵਿੱਚੋਂ ਦੱਸ ਕਿਹੜਾ ਤੇਰਾ ਮਦਦਗਾਰ ਆ ਜਿਹੜਾ ਜਮਾਂ ਤੋਂ ਤੇਰਾ ਛੁਟਕਾਰਾ ਕਰਾ ਦੇਵੇਗਾ। ਇਹ ਤਾਂ ਆਪ ਉਸ ਪਾਹੀ ਵਿੱਚ ਫਸੇ ਹੋਏ ਆ,
ਤੇ ਤੈਨੂੰ ਕਿਤੋਂ ਛੁਟਕਾਰਾ ਦਵਾ ਦੇਣਗੇ। ਇਸ ਵਾਸਤੇ ਤੂੰ ਇਹਨਾਂ ਦੇ ਭਰੋਸੇ ਵਿੱਚ ਪੈ ਕੇ ਇਹਨਾਂ ਦੇ ਮੋਹ ਮਮਤਾ ਵਿੱਚ ਕਿੰਨੇ ਪਖੰਡ ਔਰ ਕਰ ਰਹੇ ਹਾਂ। ਜਿਲੇ ਅੰਤ ਸਮਾਂ ਆਇਆ ਕੋਈ ਜਾਣੇ ਕਬਨ ਇਹਾਂ ਜਗ ਮੀਤ। ਜੇ ਸੋਏ ਕਿਰਪਾਲ ਸੋਈ ਵਿਦ ਬੁਝੈ ਤਾ ਕੀ ਨਿਰਮਲ ਰੀਤ। ਪਿਤਾ ਸੰਗ ਸਖਾ ਸਭ ਤਜ ਗਏ ਕੋ ਨ ਨਿਭਿਓ ਸਾਥ। ਕਹੁ ਨਾਨਕ ਇਹ ਬਿਪਤ ਮੈਂ ਟੇਕ ਏਕ ਰਘਨਾਥ। ਉਹਦੀ ਸ਼ਰਨ ਗ੍ਰਹਿਣ ਨਹੀਂ ਕਰਦਾ। ਇਹਨਾਂ 'ਚੋਂ ਕੌਣ ਹੈ ਜਿਹੜਾ ਤੇਰਾ ਛੁਟਕਾਰਾ ਕਰਾਏਗਾ? ਪਹਿਲੀ ਗੱਲ ਤਾਂ ਹੈ ਨਹੀਂ। ਇਸ ਵਾਸਤੇ ਜਿਵੇਂ ਸੇਠ ਬੜਾ ਬਿਮਾਰ ਹੋ ਗਿਆ, ਜ਼ੁਬਾਨ ਬੰਦ ਹੋ ਗਈ, ਉਹ ਕੁਝ ਇਸ਼ਾਰਾ ਜਿਹਾ ਕਰੇ ਵੀ ਕੋਈ ਪੁੰਨਦਾਨ ਕਰ ਦਿਓ। ਅਤੇ ਸਾਧ ਸੰਗਤ ਜੀ ਉਹ ਹੁਣ ਮੁੰਡੇ ਵੀ ਬੜੇ ਨਹਿਲੇ ਅਤੇ ਦਹਿਲੇ ਸੀ, ਇਹਦੇ 'ਚ ਪੁੱਤ ਸੀਗੇ ਨਾ, ਇਹ ਵੀ ਸਾਰੀ ਉਮਰ ਇਹ ਕੁਝ ਕਰਦਾ ਰਿਹਾ। ਮਾਇਆ ਦਾ ਪੜ ਵਿਆਜ, ਮਾਇਆ ਦੀ ਛਿੱਲ ਲਾਲਾ ਖਾਂਦਾ ਰਿਹਾ। ਅਤੇ ਸਾਧ ਸੰਗਤ ਜੀ ਉਹ ਰਿਸ਼ਤੇਦਾਰ ਪੁੱਛਦੇ ਆ ਵੀ ਲਾਲਾ ਜੀ ਕੀ ਇਸ਼ਾਰਾ ਦੇ ਰਿਹਾ ਸੇਠ ਸਾਹਿਬ? ਕਹਿੰਦੇ ਆ ਸਾਰੀ ਮਾਇਆ ਮਹਿਲਾਂ 'ਤੇ ਖਰਚ ਦਿੱਤੀ, ਪੁੰਨਦਾਨ ਨਾ ਕੀਤਾ। ਹਾਂਜੀ, ਉਹ ਹੁਣ ਕਹਿੰਦੇ ਫੇਰ ਤਾਂ ਮਰੇ ਹੀ ਜਾਣਾ ਅਤੇ ਆਪਾਂ ਪੁੰਨਦਾਨ ਕੱਲ੍ਹ ਹੀ ਕਰਨਾ। ਗੱਜ ਕੇ ਬੋਲੋ ਸਤਨਾਮ। ਉਹ ਇਸੇ ਤਰ੍ਹਾਂ ਇੱਕ ਮਰ ਗਿਆ, ਉਹਦੀਆਂ ਅਸਥੀਆਂ ਉਹ ਸ਼ਨੀਲ ਦੀ ਗੁਥਲੀ ਅਤੇ ਕਫਨ ਵੀ ਉਹੋ ਜਿਹਾ ਪਾ ਦਿੱਤਾ। ਅਤੇ ਦੀਵਾਨ ਤਿਆਰ ਕਰਕੇ ਸੇਵਾਦਾਰ ਰੈਡੀ ਕਰਤੇ ਅਤੇ ਨਾਲ ਪੁਰੋਹਿਤ ਨੂੰ ਭੇਜਤਾ ਵੀ ਗੰਗਾ ਜਾ ਕੇ ਜਲ ਪ੍ਰਵਾਹ ਕਰਿਓ। ਕਿਉਂ ਹਾਟ ਬਹਿ ਹਟਵਾਣੀਆਂ, ਇਹ ਹੱਟੀ ਵਾਲੇ ਹੱਟੀ ਛੱਡਦੇ ਨਹੀਂ ਨਾ। ਅਤੇ ਪਿਓ ਦੀਆਂ ਆਸਤੀਆਂ ਪਾਉਣ ਗਏ, 2-3 ਦਿਨ ਭੱਜਣਗੇ, ਉੱਥੇ ਪੰਡੇ ਵੀ ਕੁਝ ਨਾ ਕੁਝ ਮੰਗਣਗੇ। ਕਾਹਨੂੰ ਆਪਾਂ ਨੁਕਸਾਨ ਕਰਨਾ? ਅਤੇ ਚਲੋ ਨੌਕਰਾਂ ਚਾਕਰਾਂ ਦੁਆਰਾ ਹੀ ਭੇਜਦੇ ਨੇ ਪੁਰੋਹਿਤ ਜੀ ਨੂੰ। ਅੱਛਾ, ਉਹ ਚਲੇ ਕੁਝ ਸਾਜੋ ਸਮਾਜ ਰੱਖਿਆ ਹੋਇਆ ਸੀ, ਉਹ ਅੱਗੇ ਸਰਾਂ ਵਿੱਚ ਗਏ। ਉਹਨੇ ਕਿਹਾ ਕਿਹੜਾ ਉੱਥੇ ਚੁੱਕਦਾ ਫਿਰੇ? ਉਹਨੇ ਸਾਧ ਸੰਗਤ ਜੀ ਇੱਕ ਉੱਥੇ ਕੋੜਾ ਵਿਚਾਰਾ ਰੋ ਰਿਹਾ ਸੀ, ਉਹਨੇ ਉਹਦੇ 'ਤੇ ਲਿਟਾ ਦਿੱਤਾ ਅਤੇ ਇਸ ਤਰ੍ਹਾਂ ਵੀ ਉੱਥੇ ਛੱਡਿਓ। ਅਤੇ ਉਹ ਜਿਹੜਾ ਗੁਥਲਾ ਜਿਹਾ ਸੀ ਉੱਥੇ ਸੁੱਟ ਦਿੱਤਾ ਅਤੇ ਲਿਜਾਣਾ ਗਾਂ ਕਿਨ ਸੀ। ਅਤੇ ਉਹ ਪੈਸੇ ਪੂਏ ਸੀ, ਵੰਡ ਵਡਾ ਲਏ। ਉਹ ਹੁਣ ਉਹ ਗੁਥਲੀ ਜਿਹੜੀ ਸੀ ਚੰਗੀ ਕਫਨ ਜਿਹਾ, ਉਹ ਇੱਕ ਗਿਆ ਲੱਕੜਹਾਰਾ, ਉਹਨੇ ਦੇਖਿਆ ਬੜੀ ਸੋਹਣੀ ਸ਼ਨੀਲ ਦੀ ਹੈ, ਕੁੜਤੀ ਜਿਹੀ ਬਣਾ ਕੇ ਪਾ ਲਈ। ਉਹ ਉਹਨਾਂ ਦੀ ਦੁਕਾਨ ਦਾ ਹੀ ਕੱਪੜਾ ਸੀ, ਬਜਾਜ। ਕਹਿਣ ਲੱਗੇ ਕੱਪੜਾ ਤਾਂ ਆਪਣੀ ਦੁਕਾਨ ਦੇ ਹੈ, ਵੀ ਇਹ ਤਾਂ ਗਰੀਬ ਹੈ, ਇਹ ਕਿੱਥੋਂ ਲੈ ਗਿਆ? ਉਹ ਗੱਲ ਪੁਰੋਹਿਤ ਤਾਈਂ ਪਹੁੰਚੀ। ਸਾਖੀ ਦੇ ਲੰਮੇ ਆ, ਸਮਾਂ ਨੇੜੇ ਹੋਈ ਜਾਂਦਾ। ਉਹ ਪੁੱਛਿਆ ਕਿ ਮਹਾਰਾਜ ਅਸਤੀਆਂ ਪ੍ਰਵਾਹ ਕਰਿਆ, ਕਿਰਿਆ ਕਰਾਇਆ, ਪਿੰਡ ਪੁੰਡ ਭਰਾਇਆ? ਕਹਿੰਦੇ ਹਾਂਜੀ। ਕਹਿੰਦੇ ਮਹਾਰਾਜ ਗੁਥਲੀ ਦਾ ਕੱਪੜਾ ਤਾਂ ਆਪਣੀ ਦੁਕਾਨ ਦਾ। ਉਹਨੇ ਕਿਹਾ ਇਹਨੂੰ ਭੇਤ ਲੱਗ ਗਿਆ। ਕਹਿੰਦੇ ਤੁਹਾਡਾ ਬੁੜਾ ਜੀਂਦਾ ਨਹੀਂ, ਹਰਿਦੁਆਰ ਗਿਆ ਅਤੇ ਮਰ ਕੇ ਕਿੱਥੋਂ ਚੱਲ ਜਾਊਗਾ? ਗੱਜ ਕੇ ਬੋਲੋ ਸਤਨਾਮ। ਜਿਹੜਾ ਜੀਂਦਾ ਨਹੀਂ ਗਿਆ ਹੁਣ ਮਰ ਕੇ ਜਾਂਦਾ। ਸੋ ਇਸ ਤਰ੍ਹਾਂ ਦੀ ਹਾਲਤ ਭਾਈ ਫਿਰ ਹੁੰਦੀ ਹੈ। ਗੁਰੂ ਮਹਾਰਾਜ ਕਿਰਪਾ ਕਰਦੇ ਆ। ਉਹ ਤਾਂ ਜਿਹੜੇ ਬੰਦਗੀ ਵਾਲੇ ਆ ਨਾ, ਅਤੇ ਉਹਨਾਂ ਦੇ ਆਸ਼ਿਕਾ ਜਨਾਜ਼ਾ ਨਿਕਲੇ ਧੂਮ ਧਾਮ ਸੇ। ਉੱਥੇ ਕਥਾ ਕੀਰਤਨ ਬੈਂਡ ਬਾਜੇ ਵੱਜਦੇ ਬੰਦਗੀ ਵਾਲਿਆਂ ਦਾ। ਅਤੇ ਭਾਈ ਜਿੰਦਿਆਂ ਵੀ ਅਤੇ ਸਰੀਰ ਤਿਆਗਣ ਤੋਂ ਬਾਅਦ ਵੀ ਸਤਿਕਾਰ। ਅਤੇ ਸਾਰੀ ਜ਼ਿੰਦਗੀ ਉਹਨਾਂ ਦੀਆਂ ਬਰਸੀਆਂ, ਜੋੜ ਮੇਲੇ, ਸ਼ਹੀਦਾਂ ਦੀਆਂ ਯਾਦਾਂ, ਗੁਰੂਆਂ ਦੇ ਗੁਰਪੁਰਬ ਮਨਾਏ ਜਾਂਦੇ ਹੈ। ਨਹੀਂ ਤਾਂ ਇੱਕ ਅੱਧੀ ਵਾਰੀ ਭਾਵੇਂ ਕੋਈ ਸ਼ਰਮੀ ਕਰਦਾ, ਮੁੜ ਕੇ ਕੌਣ ਪੁੱਛਦਾ ਹੈ? ਸਤਿਗੁਰੂ ਜੀ ਕਿਰਪਾ ਕਰਦੇ ਹਨ। ਆਸ ਹਸਤੀ ਰੱਥ ਅਸਵਾਰੀ। ਅਸਵ ਘੋੜੇ, ਰਾਥ ਅਤੇ ਹੋਰ ਜਿੰਨੀਆਂ ਹਾਥੀ ਆਦਿਕ ਜਾਂ ਅੱਜ ਦੇ ਜ਼ਮਾਨੇ ਨਾਲ ਜਿਹੜੀਆਂ ਅਸਵਾਰੀਆਂ ਹਨ। ਝੂਠਾ ਡੰਫ ਝੂਠ ਪਾਸਾਰੀ। ਇਹ ਤਾਂ ਝੂਠਾ ਡੰਫ ਹੈ, ਇਹ ਤਾਂ ਝੂਠੀ ਲਿਫਾ ਪੋਚੀ ਹੈ, ਇਹ ਝੂਠੀ ਹੀ ਲਿਫਾਫੇਬਾਜ਼ੀ ਹੈ ਔਰ ਝੂਠਾ ਪਾਜ ਹੈ।
ਝੂਠਾ ਹੀ ਪਸਾਰਾ ਹੈ। ਜਿਨ ਦੀਏ ਤਿਸ ਬੁੱਝੈ ਨਾ ਬਗਾਨਾ। ਜਿਸ ਪਰਮਾਤਮਾ ਦੀ ਬਰਕਤ ਨਾ ਕਿਸੇ ਪੁੰਨ ਵਿਸ਼ੇਸ਼ ਨਾ ਇਹ ਤੈਨੂੰ ਚੀਜ਼ਾਂ ਮਿਲੀਆਂ ਸੀ, ਉਹਨੂੰ ਤਾਂ ਬੁੱਝਦਾ ਜਾਣਦਾ ਨਹੀਂ, ਪਰਮਾਤਮਾ ਨੂੰ ਤਾਂ ਬਗਾਨਾ ਹੀ ਸਮਝਦਾ ਰਿਹਾ। ਇਹ ਮਾਇਆ ਪਦਾਰਥਾਂ ਨੂੰ ਆਪਣੀ ਸਮਝਦਾ ਰਿਹਾ ਤੇ ਪਰਮਾਤਮਾ ਨੂੰ ਬਗਾਨਾ ਸਮਝਦਾ ਰਿਹਾ। ਜਾਂ ਉਹਦੇ ਪਿਆਰਿਆਂ ਨੂੰ ਬਗਾਨੇ ਸਮਝਦਾ ਰਿਹਾ, ਉਹਨਾਂ ਦੀ ਸੰਗਤ ਨਾ ਕੀਤੀ, ਬੰਦਗੀ ਵਾਲੇ ਪੁਰਸ਼ਾਂ ਦੀ। ਇਸ ਵਾਸਤੇ ਇਸ ਤਰ੍ਹਾਂ ਹੀ ਆਪਣਾ ਜਿਹੜਾ ਸਮਾਂ ਸੀ ਇਸ ਨੇ ਨਿਰਰਥਕ ਗਵਾ ਲੈਣਾ ਕੀਤਾ ਹੈ। ਨਾਮ ਬਸਾਰ ਨਾਨਕ ਪਛਤਾਨਾ। ਹਜ਼ੂਰ ਪਾਤਸ਼ਾਹ ਕਹਿੰਦੇ ਨਾਮ ਨੂੰ ਵਿਸਾਰ ਦਿੰਦਾ, ਭਲਾ ਦਿੰਦਾ ਆ। ਕਹਿੰਦਾ ਸਾਨੂੰ ਤਾਂ ਮਰਨ ਦਾ ਵੇਲ ਨਹੀਂ ਤੇ ਤੁਹਾਨੂੰ ਬਾਬਿਓ ਨਾਮ ਜਪਣ ਜਪਾਉਣ ਦੀ ਪਈ ਹੋਈ ਹੈ। ਇਹ ਤਾਂ ਗੁਰਦੁਆਰਿਆਂ ਦੇ ਭਾਈਆਂ ਦਾ ਕੰਮ ਹੈ, ਆਪਣਾ ਕੀ ਮਤਲਬ ਹੈ। ਭਾਉ ਭਗਤ ਸੋ ਕਾਜ ਨਾ ਕਛੁ ਹੈ ਮੇਰੋ ਕਾਮ ਦੀਵਾਨ। ਸਾਡਾ ਭਾਉ ਭਗਤੀ ਨਾਮ ਜਪਣ ਨਾਲ ਕੀ ਪ੍ਰਯੋਜਨ ਆ। ਸਾਡਾ ਕੰਮ ਹੈ ਦੀਵਾਨ ਕਚਹਿਰੀਆਂ 'ਚ ਜਾਣਾ ਜਾਉਣਾ, ਸਾਡਾ ਨਹੀਂ ਕੋਈ ਮਤਲਬ। ਇਸ ਤਰ੍ਹਾਂ ਭਾਈ ਸਾਹਿਬ ਰਾਮ ਕਬਰ ਬਾਬਾ ਗੁਰਬਖਸ਼ ਸਿੰਘ ਉਹ ਗਏ ਸੀ ਨਾ ਇੱਕ ਪਿੰਡ, ਕਹਿਣ ਲੱਗੇ ਰਹਿਸ਼, ਕਹਿੰਦੇ ਜੋ ਕਚਹਿਰੀ ਗਏ ਆ, ਦੂਰਾਂ ਨੂੰ ਪੁੱਛਣ ਉਹ ਕਹਿਣ ਕਚਹਿਰੀ ਗਏ ਆ, ਦੀਵਾਨਖਾਨੇ ਗਏ ਆ। ਉਹ ਬਚਨ ਛੱਡਿਆ ਹੈ, ਕਹਿੰਦੇ ਜਾਓ ਫਿਰ ਦੀਵਾਨਖਾਨੇ ਘੁੰਮਦੇ ਰਿਹਾ ਕਰੋ। ਉਹ ਪਿੰਡ ਵਿੱਚ ਰੋਜ਼ ਡਾਂਗ ਸੋਟਾ ਖੜਕਣਾ, ਕਿਸੇ ਦਾ ਸਿਰ ਪਾਟ ਗਿਆ, ਕਿਸੇ ਦਾ ਕਤਲ ਹੋ ਗਿਆ, ਕੋਈ ਫਸਾਉਣ ਚਲਾ ਗਿਆ, ਕੋਈ ਛਡਾਉਣ ਚਲਾ ਗਿਆ। ਉਹ ਮਹਾਂਪੁਰਖਾਂ ਦੇ ਬਚਨ ਅੱਜ ਤੱਕ ਸੱਤ ਚੱਲ ਰਹੇ ਆ। ਬਾਬਾ ਸ਼੍ਰੀ ਚੰਦ ਜੀ ਗਏ ਸੀ ਨਾ ਇੱਕ ਪਿੰਡ, ਉਹ ਕਹਿਣ ਲੱਗੇ ਇਹ ਤਾਂ ਸਿਰ ਫਿਰਿਆ ਹੋਇਆ। ਬਾਬਾ ਜੀ ਨੂੰ ਕਹਿੰਦੇ ਮਹਾਰਾਜ ਸ਼ਬਦ ਕਹੇ, ਕਹਿੰਦੇ ਸਾਡਾ ਤਾਂ ਸਿਰ ਠੀਕ ਹੀ ਹੈ, ਇਹ ਸਿਰ ਫਿਰੇ ਹੀ ਹੋਣਗੇ। ਉਹ ਪਿੰਡ 'ਚ ਹਾਲੇ ਵੀ ਇਸੇ ਤਰ੍ਹਾਂ ਦਾ ਕੰਮ ਆ। ਜਦੋਂ ਉਹ ਟਾਈਮ ਆਉਂਦਾ ਉਦੋਂ ਤਾਂ ਉਹਨਾਂ ਦਾ ਸਿਰ ਜ਼ਰੂਰ ਫਿਰ ਜਾਂਦਾ। ਸੋ ਇਸ ਵਾਸਤੇ ਕਈ ਵਾਰੀ ਬੰਦਗੀ ਵਾਲਿਆਂ 'ਤੇ ਤਰਕ ਕਰਦਾ, ਅੱਗੇ ਉਹ ਆਗਮ ਹੈ ਬਾਹੇਦੜ ਜਾਨ ਸਰ ਸੰਦੇ ਆਕਾਸ਼ ਕੋ। ਆਕਾਸ਼ ਨੂੰ ਤੀਰ ਮਾਰੇਗਾ ਤੇ ਲੱਗਦਾ ਨਹੀਂ, ਉਹ ਮਾਰਨ ਵਾਲਾ ਆਪ ਹੀ ਬਿਨਿਆ ਜਾਂਦਾ। ਸੋ ਇਸ ਤਰ੍ਹਾਂ ਯਕੂਬ ਖਾਨ ਨੇ ਕਿਹਾ ਸੀ ਨਾ, ਇਹ ਤਾਂ ਪਾਗਲ ਆ। ਬਾਬਾ ਜੀ ਕਹਿੰਦੇ ਅਸੀਂ ਤਾਂ ਪਾਗਲ ਗੱਲ ਪਾ ਲਈ ਆ ਜਿਹੜੀ ਪਾਉਣ ਵਾਲੀ, ਪਾਗਲ ਨੂੰ ਪਾਗਲ ਦੀਦੇ। ਬਸ ਪਾਗਲ ਹੋ ਗਿਆ ਤੇ ਕੰਧਾਂ 'ਚ ਸਿਰ ਮਾਰ ਮਾਰ ਸਿਰ ਪਾੜ ਲਿਆ। ਜਿਹੜੀ ਆਪਣੀ ਕਟਾਰ ਪਹਿਨੀ ਹੋਈ ਸੀ ਉਹ ਮਾਰ ਕੇ ਯਕੂਬ ਖਾਂ ਮਰ ਗਿਆ। ਇਸ ਵਾਸਤੇ ਮਹਾਂਪੁਰਖਾਂ ਨਾਲ ਬੈਰ ਨਿੰਦਾ ਕਰਨ ਵਾਲੇ ਬਾਬਾ ਸ਼੍ਰੀ ਚੰਦ ਦੀ ਇਸ ਤਰ੍ਹਾਂ ਦੀ ਫਿਰ ਉਸ ਯਕੂਬ ਖਾਂ ਦੀ ਦੁਰਦਸ਼ਾ ਹੋਈ ਸੀ। ਸਤਿਗੁਰ ਸੱਚੇ ਪਾਤਸ਼ਾਹ ਜੀ ਦੱਸਦੇ ਹਨ, ਜਿਨ ਦੀਏ ਤਿਸ ਬੁੱਝੈ ਨਾ ਬਗਾਨਾ। ਜਿਸ ਮਾਲਕ ਨੇ ਇੰਨੇ ਪਦਾਰਥ ਦਿੱਤੇ ਆ ਨਾ, ਬੁੱਝਦਾ ਨਹੀਂ। ਆ ਕਾਦਰਾਬਾਦ ਨਗਰ ਆ ਨਾ, ਜਿਹੜੇ ਉਹ ਫਤਿਹਪੁਰ ਚੂੜੀਆਂ ਤੋਂ ਜਾਈਏ ਤੇ ਰਸਤੇ 'ਚ ਹੀ ਆਉਂਦਾ। ਇਸ ਵਾਸਤੇ ਉੱਥੇ ਸਿੱਧ ਆ ਗਏ ਸਾਨੂੰ 36 ਪਦਾਰਥ ਖਿਲਾਓ। ਤੇ ਭਾਈ ਕਮਲੀਆ ਨੂੰ ਇਹ ਕਾਦਰਾਬਾਦ ਪਿੰਡ ਸੀ, ਜਾਓ ਭਾਈ ਭੋਜਨ ਲਿਆਓ। ਵੈਸੀ ਮਾਇਆ ਵਰਤੀ, ਕਿਸੇ ਨੇ ਭੋਜਨ ਨਾ ਦਿੱਤਾ। ਭਾਈ ਕਮਲੀਆ ਜੀ ਨੇ ਕਿ ਕੈਸੇ ਮਨਮੁਖ ਲੋਕ ਆ, ਇਹ ਸਾਧੂ ਸੰਤ ਬੰਦਗੀ ਵਾਲੇ ਦਾ ਕੋਈ ਸਤਿਕਾਰ ਨਹੀਂ ਕਰਦੇ। ਉਹ ਕਹਿੰਦੇ ਪਿੰਡ ਗਰਕ ਹੋ ਜਾਏ। ਆ ਗਏ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਖਾਲੀ ਆ ਗਏ ਆ। ਕਹਿੰਦੇ ਮਹਾਰਾਜ ਕਿਸੇ ਨੇ ਵੀ ਕੋਈ ਰਸਤ ਪਾਣੀ ਨਹੀਂ ਦਿੱਤੀ। ਕਹਿੰਦੇ ਤਾਂ ਸਿੱਧਾ ਨੇ ਕੋਈ ਐਸੀ ਮਾਇਆ ਵਰਤਾਈ ਸੀ, ਤੂੰ ਪਿੰਡ ਨੂੰ ਕੋਈ ਬਚਨ ਤਾਂ ਨਹੀਂ ਦੇ ਆਇਆ। ਕਹਿੰਦੇ ਆਹ ਬਚਨ ਕਰਿਆ ਆ। ਕਹਿੰਦੇ ਹੁਣ ਬਚਨ ਦਾ ਤੇਰਾ ਟਲਣਾ ਨਹੀਂ। ਜਾ ਉਹਨਾਂ ਨੇ ਕਿਹਾ ਫਟਾਫਟ ਬਾਲ ਬੱਚੇ ਇਸਤਰੀ ਮਾਲ ਢਾਂਡਾ ਲੈ ਕੇ ਨਗਰ ਤੋਂ ਬਾਹਰ ਹੋ ਜਾਓ। ਬਾਹਰ ਹੋ ਗਏ, ਸਾਰਾ ਪਿੰਡ ਗਰਕ ਗਿਆ। ਫਿਰ ਬਾਬਾ ਜੀ ਨੇ
ਇੱਕ ਹਾਂਡੀ ਵਿੱਚ ਉਹਨਾਂ ਸਿੱਧਾਂ ਨੂੰ ਤ੍ਰਿਪਤ ਕੀਤਾ। ਪਿੰਡਿਆਂ ਨੂੰ ਪਤਾ ਲੱਗਾ ਕਿ ਆਹ ਗੱਲ, ਸਾਰਾ ਪਿੰਡ ਇਕੱਠੇ ਹੋ ਕੇ ਬਾਬਾ ਜੀ ਦੀ ਚਰਨਾਂ ਵਿੱਚ ਹਾਜ਼ਰ ਹੋਏ। ਮਹਾਰਾਜ ਮਾਫ਼ ਕਰੋ, ਗਲਤੀ ਹੋ ਗਈ। ਕਹਿੰਦੇ ਹੁਣ ਤਾਂ ਜੋ ਹੋਣਾ ਹੋ ਗਿਆ। ਅਤੇ ਉੱਥੇ ਸਾਧ ਸੰਗਤ ਜੀ, ਉਹ ਮਾਤਾ ਹਰੋ ਸੇਵਾ ਕਰਦੀ ਹੁੰਦੀ ਸੀ। ਕਹਿੰਦੇ ਜਾ ਹਰੀ ਭਰੀ ਹੋ ਜਾ। ਕਹਿੰਦੇ ਮਹਾਰਾਜ ਮੈਂ ਤਾਂ ਵਿਧਵਾ ਹਾਂ। ਕਹਿੰਦੇ ਜਾ ਫਿਰ ਉਹ ਜਿਹੜੀ ਧੂਣੇ ਦੀ ਲੱਕੜ ਸੀ ਬੋਹੜ ਦੀ, ਉਹ ਗੱਡ ਦਿੱਤੀ, ਇਹ ਹਰੀ ਭਰੀ ਹੋ ਜਾਏ। ਉਹ ਹਰੀ ਭਰੀ ਹੋ ਜਾਏ। ਉਹ ਬੋਹੜ ਹਾਲੇ ਤੱਕ ਮੌਜੂਦ ਆ, ਉਹਦਾ ਤਣਾ ਨਹੀਂ ਤੁਸੀਂ ਲੱਝ ਸਕਦੇ ਕਿਹੜਾ ਹੈ। ਕਹਿਣ ਲੱਗਿਆ ਸਾਡੀ ਬੋਹੜ ਦੀ ਜੜ ਜਦੋਂ ਤੁਹਾਡੇ ਪਿੰਡ ਜਾ ਕੇ ਬੋਹੜ ਬਣ ਕੇ ਨਿਕਲੇਗੀ ਫਿਰ ਪਿੰਡ ਵਸੇਗਾ। ਉੱਥੋਂ ਲੈ ਲਓ ਕਿੰਨਾ ਫਾਸਲਾ, ਉੱਥੇ ਜਾ ਕੇ ਜੜ ਨਿਕਲੀ ਹੈ। ਉਸ ਬੋਹੜ ਦੇ ਵੀ ਤਣੇ ਦਾ ਨਹੀਂ ਪਤਾ ਲੱਗਦਾ। ਅਤੇ ਇਸ ਵਾਸਤੇ ਹੁਣ ਥੋੜ੍ਹੇ ਜਿਹਾ ਘਰ ਉੱਥੇ ਵਸੇ ਹੈ। ਇਸ ਵਾਸਤੇ ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਆ ਇਹ ਸਮਝਦਾ ਨਹੀਂ, ਇਹ ਪਦਾਰਥਾਂ ਦੇ ਵਿੱਚ ਮਾਇਆ ਜਾਲ 'ਚ ਫਸਿਆ ਹੋਇਆ। ਰੱਬ ਦੇ ਪਿਆਰਿਆਂ ਦਾ ਵੀ ਕਈ ਵਾਰੀ ਦੁੱਖ ਹੀ ਬਣ ਜਾਂਦਾ ਹੈ। ਫਿਰ ਉਹ ਤਾਂ ਨਹੀਂ, ਆਪਣੇ ਕਰਮਾਂ ਦਾ ਫਲ ਸਾਹਮਣੇ ਆ ਜਾਂਦਾ। ਹਾਂਜੀ, ਫਿਰ ਪੜ੍ਹੋ। ਜਿਨ ਦੀਏ ਤਿਸ ਬੁਝੈ ਨਾ ਬਗਾਨਾ। ਜਿਸ ਮਾਲਕ ਨੇ ਇਹ ਮਾਇਆ ਪਦਾਰਥ ਮਨੁੱਖ ਦੇ ਬੁੱਧੀ ਅਕਲ ਚਤਰਾਈ ਦਿੱਤੀ, ਜਿਨ੍ਹਾਂ ਤੋਂ ਮਾਇਆ ਪਦਾਰਥ ਕਮਾਉਣਾ, ਉਹ ਤੋਂ ਨਸ਼ੁਕਰਾ ਹੋ ਕੇ ਉਹਨੂੰ ਤਾਂ ਬੁੱਝਦਾ ਨਹੀਂ ਅਤੇ ਸਾਧੂ ਨੂੰ ਬਗਾਨਾ ਜਾਣਦਾ। ਇਹ ਮਾਇਆ ਪਦਾਰਥਾਂ ਨੂੰ ਆਪਣੇ ਬਣਾ ਕੇ ਇਹਨਾਂ ਨਾਲ ਚਿੰਬੜ ਰਹੇ ਹਾਂ। ਕਿੰਨਾ ਕੁ ਚਿਰ ਬਣਾਏਗਾ? ਇੱਕ ਦਿਨ ਤਾਂ ਇਹ ਸਾਰਾ ਕੁਝ ਧਰਿਆ ਧਰਾਇਆ ਰਹਿ ਜਾਏਗਾ। ਨਾਮ ਬਸਾਰ ਨਾਨਕ ਪਛਤਾਨਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਦਾ ਸਿਧਾਂਤ ਦੱਸਦੇ। ਕਹਿੰਦੇ ਨਾਮ ਨੂੰ ਭੁਲਾ ਕੇ ਚਲਿਓ ਜੁਆਰੀਆ ਦੋਵੇਂ ਹੱਥ ਝਾੜ। ਜਿਵੇਂ ਜੁਆਰੀਆ ਹਾਰ ਜਾਏ ਨਾ, ਕਿ ਉਹ ਹੱਥ ਝਾੜ ਕੇ ਤੁਰ ਜਾਂਦਾ, ਇਸ ਤਰ੍ਹਾਂ ਦੁਨੀਆ ਤੋਂ ਤੁਰ ਜਾਂਦਾ। ਫਿਰ ਪਛਤਾਤਾਪ ਹੀ ਪੱਲੇ ਰਹਿ ਜਾਂਦਾ। ਅੱਗੇ ਵੀ ਇੱਕ ਦਿਨ ਦ੍ਰਿਸ਼ਟਾਂਤ ਸੁਣਾਇਆ ਸੀ ਨਾ, ਅਤੇ ਮੁਹੰਮਦ ਗਜ਼ਨਵੀ ਜਿਹਨੂੰ 17 ਵਾਰੀ ਹਿੰਦੁਸਤਾਨ ਲੁੱਟਿਆ। ਕਹਿੰਦੇ ਇੰਨੇ ਖਜ਼ਾਨੇ ਸੀ, ਊਠ ਦੇ ਉੱਪਰ ਚਾਬੀਆਂ ਲੱਦ ਹੁੰਦੀਆਂ ਸੀ। ਅਤੇ ਹੁਣ ਜਿਹੜੇ ਅੰਤ ਸਮਾਂ ਆਇਆ, ਬੈੱਡ 'ਤੇ ਪਿਆ, ਕਹਿੰਦਾ ਸਾਰੇ ਖਜ਼ਾਨੇ ਖੋਲ੍ਹ ਦਿਓ। ਖੋਲ੍ਹ ਦਿੱਤੇ। ਹੀਰੇ ਜਵਾਹਰਾਤ, ਸੋਨਾ ਚਾਂਦੀ, ਕੋਈ ਹਿਸਾਬ ਹੀ ਨਹੀਂ ਜਿੰਨਾ ਲੁੱਟਿਆ ਸੀ। ਅੱਖਾਂ ਤੋਂ ਅਥਰੂ ਜਾ ਰਹੇ ਹੈ। ਕਹਿਣ ਲੱਗੇ ਮਹਾਰਾਜ 17 ਵਾਰੀ ਤੁਸੀਂ ਹਿੰਦੁਸਤਾਨ ਨੂੰ ਲੁੱਟਿਆ, ਤੁਹਾਡੇ ਮੂਹਰੇ ਕਿਸੇ ਦਾ ਹੌਸਲਾ ਨਹੀਂ। ਇੱਕ ਹਮਲੇ ਵਿੱਚ 39 ਬੰਦੇ ਲੈ ਕੇ ਲੁੱਟ ਕੇ ਗਿਆ ਸੀ। ਇੱਥੇ ਦੇ ਲੋਕ ਕਿੰਨੇ ਮੁਰਦੇ ਹੋ ਗਏ ਸੀ। 39 ਬੰਦਿਆਂ ਦਾ ਮੁਕਾਬਲਾ ਕਰਨ ਜੋਗੇ ਨਹੀਂ ਰਹੇ। ਹਾਲਾਂਕਿ 365 ਰਿਆਸਤਾਂ ਸੀ। ਇਹ ਤਾਂ ਕਲਗੀਧਰ ਪਾਤਸ਼ਾਹ ਦੀ ਦੇਣ ਹੈ ਕਿ ਉਹਨਾਂ ਜਰਵਾਣਿਆਂ ਦੇ ਮੂੰਹ ਭੰਨੇ। ਇਹ ਦੇਸ਼ ਦੀ ਆਜ਼ਾਦੀ ਸਾਰਾ ਕੁਛ ਕੀਤਾ। ਅੱਜ ਅਸੀਂ ਅਕਿਰਤ ਘਣ ਬਣ ਗਏ ਹਾਂ। ਗੁਰੂ ਦੇ ਪੰਥ ਦੇ ਉਪਕਾਰਾਂ ਨੂੰ ਭੁੱਲ ਚੁੱਕੇ ਹਾਂ, ਭੁੱਲਦੇ ਜਾ ਰਹੇ ਹਾਂ। ਸੋ ਇਸ ਵਾਸਤੇ ਸਾਧ ਸੰਗਤ ਜੀ ਕਹਿੰਦੇ ਅੱਜ ਤੁਸੀਂ ਅੱਖਾਂ ਤੋਂ ਅਥਰੂ ਸੁੱਟ ਰਹੇ। ਐਡਾ ਦਲੇਰ ਤੁਹਾਡਾ ਸੁਭਾਅ, ਕੋਈ ਖੜਦਾ ਨਾ। ਕਹਿੰਦੇ ਮੈਂ ਸਾਰੀ ਉਮਰ ਆ ਪੱਥਰੇ ਇਕੱਠੇ ਕਰੀ ਗਿਆ, ਖੁਦਾ ਅੱਲਾਹ ਤਾਲਾ ਦੀ ਬੰਦਗੀ ਨਹੀਂ ਕੀਤੀ। ਇੱਥੇ ਤਾਂ ਬਹੁਤ ਇਕੱਠਾ ਕਰ ਲਿਆ, ਅਤੇ ਦਰਗਾਹ ਵਿੱਚ ਲਿਜਾਣ ਲਈ ਤਾਂ ਮੇਰੇ ਕੋਲ ਕੁਝ ਵੀ ਹੈ ਨਹੀਂ, ਤਾਂ ਰੋ ਰਿਹਾ ਹਾਂ। ਇਸ ਵਾਸਤੇ ਸਾਧ ਸੰਗਤ ਜੀ ਇਹ ਦਸ਼ਾ ਫਿਰ ਐਸੇ ਲੋਕਾਂ ਦੀ ਹੁੰਦੀ ਹੈ। ਅਤੇ ਗੁਰੂ ਮਹਾਰਾਜ ਸਾਨੂੰ ਸਮੱਤ ਦਿੰਦੇ ਹੈ ਉਸ ਪਰਮਾਤਮਾ ਨੂੰ ਭੁੱਲ ਕੇ। ਅਤੇ ਸਾਧ ਸੰਗਤ ਜੀ ਬੇਮੁਖ ਨਾ ਹੋਵੋ, ਸਿੱਖੀ ਤੋਂ ਪਤਿਤ ਨਾ ਹੋਵੋ, ਜਟਾ ਜੂਟ ਬਣੋ, ਵੱਧ ਤੋਂ ਵੱਧ ਖੰਡੇ ਵਾਲਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ, ਔਰ ਪੰਥ ਔਰ ਗ੍ਰੰਥ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਆਈ ਸੰਗਤ ਨੂੰ ਜੀ ਆਇਆਂ, ਬਹੁਤ ਬਹੁਤ ਧੰਨਵਾਦ। ਮਹਾਰਾਜ ਕਿਰਪਾ ਕਰਨ, ਸਭ ਨੂੰ ਨਾਮਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ। ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਪ੍ਰਬੰਧਕਾਂ ਦਾ, ਸੰਗਤਾਂ ਦਾ
ਸਮੂਹ ਸੇਵਾਦਾਰਾਂ ਦਾ ਧੰਨਵਾਦ। ਹੁਣ ਗਿਆਨੀ ਜੀ ਆਨੰਦ ਸਾਹਿਬ ਦਾ ਪਾਠ ਕਰਨਗੇ, ਫਿਰ ਅਰਦਾਸ, ਸ਼੍ਰੀ ਮੁਖ ਵਾਕ ਔਰ ਪ੍ਰਸ਼ਾਦ ਵਰਤੇਗਾ। ਫਿਰ ਮਰਜ਼ਾਦਾ ਦੇ ਅਨੁਸਾਰ ਕੀਰਤਨ ਆਰੰਭ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।